ਕਾਂਸ਼ੀ ਟੀਵੀ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ, ਦਰਸ਼ਕਾਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਨਮਸਕਾਰ। जय गुरुदेव, जय भीम, जय भारत। प्यारे दर्शकों, मैं थोड़ा बिशनदास बैंस देश प्रदेश प्रोग्राम लैके थोड़े सामने पेश होया हाँ और मेरे नाल फिर पहलां दी तरह सहयोग देने लई समाज वीकली दे चीफ एडिटर दविंदर चंद्र जी। दविंदर जी, थोड़ा कांशी टीवी ते स्वागत है जी। थैंक यू वेरी मच जी। प्यारे दर्शकों, अज असी एक अहम इशू जड़ा उहदे ते गलबात करांगे। वैसे तो पिछले साल या उदों पहला भी असी इस इशू दे उत्ते तुहाडे सामने कोई विचार वटांदरा कीता सीगा और ये है कि रिजर्वेशन दा इंडिया दे विच जिहड़ा राखवापन हैगा शेड्यूल कास्ट, शेड्यूल ट्राइब और बैकवर्ड क्लासिस लई और ਇਹਦੀ ਜ਼ਰੂਰਤ ਅੱਜ ਸਾਨੂੰ ਫਿਰ ਦੁਬਾਰਾ ਤੁਹਾਡੇ ਸਾਹਮਣੇ ਪੇਸ਼ ਕਰਨ ਦੀ ਕਿਉਂ ਪਈ, ਇਹ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ। ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਸਾਰੀ ਉਮਰ ਜਦੋਜਹਿਦ ਕਰਕੇ ਸਾਨੂੰ ਇਹ ਜਿਹੜੇ ਰਿਜ਼ਰਵੇਸ਼ਨ ਰਾਖਵੇਂ ਹੱਕ ਜਿਹੜੇ ਆ ਪੋਲੀਟੀਕਲ ਔਰ ਨੌਕਰੀਆਂ ਦੇ ਇੰਪਲੋਇਮੈਂਟ ਦੇ ਜਿਹੜੇ ਸਾਨੂੰ ਹੱਕ ਲੈ ਕੇ ਦਿੱਤੇ ਸੀ और वो हक जोड़े है उन्होंने सारी उम्र जदोजहद करके उन्होंने बिल्कुल एवें ही खुला नहीं छड़ दिता और उन्होंने बिल्कुल कानूनी जामा पहना दिता ही। भारतीय संविधान दे विच उन्होंने दर्ज करके ये जोड़े राखवें हक सीगे शेड्यूल कास्ट नूं 15%, शेड्यूल ट्राइब्स नूं 12.5% और उस तो बाद BP सिंह ने 1980 ਦੇ ਵਿੱਚ OBC ਨੂੰ 27% ਜਿਹੜੇ ਹੱਕ ਸੀਗੇ ਉਹ ਪਾਸ ਕੀਤੇ ਸੀਗੇ। ਦਵਿੰਦਰ ਜੀ, ਤੁਸੀਂ ਇੱਥੇ ਤੱਕ ਕੀ ਕਹਿਣਾ ਚਾਹੁੰਦੇ ਆ? ਥੈਂਕ ਯੂ ਵੈਰੀ ਮਚ ਜੀ। ਪਹਿਲਾਂ ਤਾਂ ਗੱਲ ਇੱਦਾਂ ਕਿ ਜਿਹੜਾ ਆਪਾਂ ਇੱਕ ਰਿਜ਼ਰਵੇਸ਼ਨ ਸ਼ਬਦ ਯੂਜ਼ ਕਰਦੇ ਹਾਂ ਜੀ, ਉਹਨੂੰ ਆਪਾਂ ਆਰਕਸ਼ਣ ਵੀ ਕਹਿੰਦੇ ਹਾਂ। ਹਾਂਜੀ ਹਾਂਜੀ। ਐਕਚੁਅਲੀ ਜਿਹੜਾ ਇਹਨੂੰ ਆਰਕਸ਼ਣ ਜਿਹੜਾ ਆਪਾਂ ਨੂੰ ਮਿਲਿਆ ਹੈਗਾ ਜੀ, ਇਹ ਪਹਿਲਾਂ ਤਾਂ ਇਹ ਆਰਕਸ਼ਣ ਨਹੀਂ ਹੈ, ਪ੍ਰਤੀਨਿਧਤਾ ਆ। ਪ੍ਰਤੀਨਿਧਤਾ ਹੈ ਨਾ, ਜਿਹੜਾ ਕਿ ਸਾਡੀ ਰਿਪਰੈਜ਼ੈਂਟੇਸ਼ਨ ਮਤਲਬ ਆਬਾਦੀ ਦੇ ਹਿਸਾਬ ਦੇ ਨਾਲ ਸਾਡੀ ਬਾਕੀ ਸਾਰੇ ਮਹਿਕਮੇ 'ਚ ਹੋਣੀ ਚਾਹੀਦੀ ਹੈ, ਹਰ ਫੀਲਡ ਦੇ ਵਿੱਚ ਉਹ ਹੋਣੀ ਚਾਹੀਦੀ ਹੈ। ਸੋ ਇਸ ਨਾਟ ਆਰਕਸ਼ਣ ਜਾਂ ਕਿਸੇ ਦਾ ਖੋਈ ਚੀਜ਼ ਨਹੀਂ ਹੈ, ਇਹ ਸਾਡਾ ਹੱਕ ਬਣਦਾ, ਸਾਡੀ ਪ੍ਰਤੀਨਿਧਤਾ ਉਨੀ ਉੱਥੇ ਚਾਹੀਦੀ ਹੈ, ਕੋਈ ਖੈਰਾਤ ਨਹੀਂ ਹੈ। ਫਿਰ ਦੂਸਰੀ ਗੱਲ ਇਹ ਹੈ ਕਿ ਜਿਹੜਾ ਰਿਜ਼ਰਵੇਸ਼ਨ ਹੈ ਨਾ, ਕਈ ਵਾਰੀ ਲੋਕ ਕਹਿੰਦੇ ਜੀ 10 ਸਾਲ ਵਾਸਤੇ ਸੀ। ਐਕਚੁਅਲੀ ਰਿਜ਼ਰਵੇਸ਼ਨ ਦੋ ਤਰ੍ਹਾਂ ਦੀ ਹੈ। एक हैगी पोलिटिकल रिजर्वेशन जी MPs MLAs ਜਾਂ ਜਿਹੜੀਆਂ ਆਪਣੇ ਹੈਗੀਆਂ ਕੌਂਸਲ ਦੇ ਵਿੱਚ ਹੁੰਦੀਆਂ ਹੈਗੀਆਂ, ਮਿਊਨਿਸਪਲ ਕਮੇਟੀ ਦੇ ਵਿੱਚ, ਉਹ ਮਤਲਬ ਉਹ ਹੈਗੀ ਉਹ ਸੀਗੀ 10 ਸਾਲ ਵਾਸਤੇ ਔਰ ਉਹਦੇ ਨਾਲ ਵਿਧਾਨ ਇਹ ਸੀਗਾ ਕਿ ਹਰ 10 ਸਾਲ ਬਾਅਦ ਤੁਸੀਂ ਜੇ ਰੱਖਣੀ ਹੋਵੇ ਤਾਂ ਰੱਖੋ ਹਾਂਜੀ, ਇਹਨਾਂ ਨੂੰ ਖਤਮ ਕਰ ਸਕਦੇ ਆ ਕਿ ਸੋ ਇਸ ਤਰੀਕੇ ਨਾਲ। ਉਹ ਦੂਸਰੀ ਜਿਹੜੀ ਹੈਗੀ ਆ ਐਜੂਕੇਸ਼ਨ ਦੇ ਵਿੱਚ ਔਰ ਜਿਹੜੀ ਉਹ ਨੌਕਰੀਆਂ ਦੇ ਵਿੱਚ ਔਰ ਨੌਕਰੀਆਂ ਦੇ ਵਿੱਚ ਨੌਕਰੀ ਤਰੱਕੀ ਦੇ ਵਿੱਚ ਬਿਲਕੁਲ ਉਹ ਹੈਗੀ ਆ ਔਰ ਉਹ ਫੰਡਾਮੈਂਟਲ ਰਾਈਟਸ ਦੇ ਵਿੱਚ ਹੈ। ਬਿਲਕੁਲ ਹਾਂਜੀ ਹਾਂ, ਜਿਹੜੀ ਕਿ ਇੱਕ ਮਤਲਬ ਫੰਡਾਮੈਂਟਲ ਰਾਈਟਸ ਹੈਗੇ ਜਿਹਨੂੰ ਕਿ ਚੇਂਜ ਨਹੀਂ ਕੀਤਾ ਜਾ ਸਕਦਾ। ਪਿੱਛੇ ਸੁਪਰੀਮ ਕੋਰਟ ਨੇ ਧੱਕੇਸ਼ਾਹੀ ਨਾਲ ਹੀ ਕੀਤਾ ਸੀ ਕਿ ਜੇ ਸਟੇਟ ਚਾਹਵੇ ਤਾਂ ਉਹਨੂੰ ਲਾਗੂ ਕਰੇ ਪ੍ਰਮੋਸ਼ਨ ਦੇ ਵਿੱਚ, ਜਾਂ ਚਾਹੇ ਤਾਂ ਨਾ ਕਰੇ, ਪਰ ਵਿਚ ਵਾਸ ਰੋਂਗ ਜਿਹੜੀ ਕਿ ਸਟੇਟਮੈਂਟ ਉਹਨਾਂ ਨੇ ਦਿੱਤੀ ਹੈਗੀ। ਈਵਨ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਸੁਪਰੀਮ ਕੋਰਟ 'ਤੇ ਵੀ ਕਾਫੀ ਉਂਗਲਾਂ ਉੱਠ ਰਹੀਆਂ ਹੈਗੀਆਂ, ਕਈ ਜਿਹੜੇ ਫੈਸਲੇ ਦਿੰਦੇ ਉਹ ਜਾਤੀ ਆਧਾਰ 'ਤੇ ਹੀ ਦਿੰਦੇ ਹੈਗੇ ਆ। ਔਰ ਸੁਪਰੀਮ ਕੋਰਟ ਦੇ ਜਿਹੜੇ ਜੱਜਾਂ ਦੀ ਨਿਯੁਕਤੀ ਵਿੱਚ ਵੀ ਜਿਹੜਾ ਨਾ ਕਾਫੀ ਘਪਲਾ ਹੁੰਦਾ ਕਰਕੇ ਉਹ ਜਿਹੜੇ ਸੁਪਰੀਮ ਕੋਰਟ ਦੇ ਜੱਜ ਆ ਉਹੀ ਖੁਦ ਹੀ ਚੁਣਦੇ ਆ, ਆਪਣੀਆਂ ਫੈਮਲੀਆਂ ਦੇ ਵਿੱਚ ਜਿਹੜੇ ਜੱਜ ਚੁਣੇ ਜਾਂਦੇ ਹੈਗੇ। ਸੋ ਇਸ ਤਰੀਕੇ ਨਾਲ ਹੈਗੀ ਆ। ਬਾਕੀ ਜਿਹੜੀ ਰਿਜ਼ਰਵੇਸ਼ਨ ਹੈਗੀ ਆ ਕਾਫੀ ਚਿਰ ਤੋਂ ਆ, ਇਹਦੀ ਬੈਕਗਰਾਊਂਡ ਵੀ ਹੈਗੀ, ਆਪਾਂ ਗੱਲ ਕਰਦੇ ਆ, ਪਰ ਅੱਜ ਤੱਕ ਕਦੀ ਵੀ ਪੂਰੀ ਨਹੀਂ ਹੋਈ। ਬਿਲਕੁਲ ਹਾਂਜੀ ਹਾਂ। ਇਹੋ ਪਿਆਰੇ ਦਰਸ਼ਕੋ, ਜਿਸ ਤਰ੍ਹਾਂ ਮੈਂ ਕਿਹਾ ਕਿ ਕੰਸਟੀਟਿਊਸ਼ਨ ਦੇ ਵਿੱਚ ਬਾਬਾ ਸਾਹਿਬ ਨੇ ਲਿਖ ਕੇ ਇਹਨੂੰ ਕਾਨੂੰਨੀ ਜਾਮਾ ਜਿਹੜਾ ਸੀ ਉਹ ਪਹਿਨਾ ਦਿੱਤਾ ਔਰ ਆਰਟੀਕਲ 46 ਮੈਂ ਤੁਹਾਡੇ ਸਾਹਮਣੇ ਮੈਂਸ਼ਨ ਕਰਦਾ, ਉਹ ਹੈਗਾ ਸੌਰੀ ਮੈਂ ਅੰਗਰੇਜ਼ੀ 'ਚ ਲਿਖਿਆ, ਤੁਹਾਨੂੰ ਤਰਜਮਾ ਕਰਕੇ ਦੱਸ ਦੂੰਗਾ। ਦ ਸਟੇਟ will promote with special care the educational
and economic interests of weaker sections of communities, particularly the scheduled castes, scheduled tribes, and to protect them from social injustice and for all form of exploitation। ਇਹਦਾ ਮਤਲਬ ਇਹ ਆ ਕਿ ਜਿਹੜਾ ਆਰਟੀਕਲ 46 ਕੰਸਟੀਟਿਊਸ਼ਨ ਦਾ ਉਹ ਕਹਿੰਦਾ ਕਿ ਜਿਹੜੇ ਪਛੜੀਆਂ ਜਾਤਾਂ ਜਾਂ ਡਿਪਰਾਈਵ ਦਾ ਮਤਲਬ ਆ ਵੀ ਜਿਨ੍ਹਾਂ ਦੇ ਕੋਲੋਂ ਹੱਕ ਖੋਹ ਲਏ ਆ ਜਾਂ ਹੱਕਾਂ ਤੋਂ ਵਾਂਝੇ ਹਨ ਉਹਨਾਂ ਦੇ ਲਈ ਜਿਹੜੇ ਹੈਗੇ ਆ ਉਹਨਾਂ ਦੀ ਐਜੂਕੇਸ਼ਨ ਜਾਂ ਉਹਨਾਂ ਦੀ ਮਾਲੀ ਹਾਲਤ ਸੁਧਾਰਨ ਲਈ ਸਰਕਾਰਾਂ ਜਿਹੜੀਆਂ ਕੋਸ਼ਿਸ਼ ਕਰਨਗੀਆਂ। ਔਰ ਨਾਲ ਹੀ ਇਹ ਆ ਕਿ ਉਹਦਾ ਏਮਸ ਐਂਡ ਆਬਜੈਕਟ ਕੀ ਆ ਕਿਉਂ ਕਰਨਗੀਆਂ ਉਹ ਕਹਿੰਦੇ ਆ ਦਾ ਮੇਨ ਪਰਪਸ and aims and objects of the reservation was to enhance social, educational and economically underprivileged communities and thus improve the living conditions। ਇਹਦਾ ਮਤਲਬ ਇਹ ਹੈਗਾ ਕਿ ਉਹ ਜਿਹੜੇ ਲੋਕ ਹੈਗੇ ਆ ਉੱਥੇ ਗਰੀਬ ਹੈਗੇ ਆ ਉਹਨਾਂ ਦੀਆਂ ਐਜੂਕੇਸ਼ਨ ਦੀਆਂ ਸਮਾਜ ਦੇ ਵਿੱਚ ਜੋ ਪਛੜਾਪਨ ਹੈ ਜਾਂ ਪੈਸੇ ਧੇਲੇ ਸਰਮਾਏਦਾਰੀ ਦੇ ਵਿੱਚ ਪਛੜਾਪਨ ਹੈਗਾ ਆਰਥਿਕ ਹਾਲਤ ਜਿਹੜੀ ਆ ਮਾੜੀ ਉਹਦੇ ਲਈ ਇਹ ਕੋਸ਼ਿਸ਼ਾਂ ਕਰਨਗੀਆਂ। ਪਰ ਪਿਆਰੇ ਦਰਸ਼ਕੋ ਬਹੁਤ ਦਫਾ ਇਹਦੇ ਬਾਰੇ ਨੁਕਤਾਚੀਨੀ ਹੋਈ ਆ ਔਰ ਟੀਕਾ ਟਿੱਪਣੀ ਹੋਈ ਆ ਕਿ ਰਿਜ਼ਰਵੇਸ਼ਨ ਜਿਹੜੀ ਹੈ ਖਤਮ ਹੋਣੀ ਚਾਹੀਦੀ ਹੈ। ਔਰ ख़ास ਤੌਰ 'ਤੇ ਜਿਹੜੇ ਭਾਰਤ ਦੇ ਹੈਗੇ ਆ ਜਿਨ੍ਹਾਂ ਨੂੰ ਆਪਣੇ ਆਪ ਨੂੰ ਨੈਸ਼ਨਲਿਸਟ ਕਹਿੰਦੇ ਆ RS ਆਰਗੇਨਾਈਜੇਸ਼ਨ ਜਾਂ ਉਹਨਾਂ ਦੇ ਲੀਡਰ ਮੋਹਨ ਭਾਗਵਤ ਉਹਦੀਆਂ ਕਈ ਵਾਰੀ ਇਹ ਬਿਆਨ ਆ ਚੁੱਕੇ ਹਨ ਕਿ ਜਿਹੜੀ ਹੈਗੀ ਆ ਰਿਜ਼ਰਵੇਸ਼ਨ ਹੈਗੀ ਆ ਇਹਦੇ 'ਤੇ ਗੱਲਬਾਤ ਹੋਣੀ ਚਾਹੀਦੀ ਹੈ। ਅਸੀਂ ਪਿਆਰੇ ਦਰਸ਼ਕੋ ਗੱਲਬਾਤ ਦੇ ਖਿਲਾਫ ਨਹੀਂ ਪਰ ਜਿਹੜਾ ਕੰਸਟੀਟਿਊਸ਼ਨ ਕਹਿੰਦਾ ਪਹਿਲਾਂ ਉਹਦੇ ਵੱਲ ਤਾਂ ਦੇਖਿਆ ਜਾਵੇ। ਦਵਿੰਦਰ ਜੀ ਤੁਹਾਨੂੰ ਪਤਾ ਕਿ ਬਾਬਾ ਸਾਹਿਬ ਨੇ 15 ਨਵੰਬਰ 1949 ਨੂੰ ਦੇਖੋ ਇਹ ਬਿਲਕੁਲ ਜਦੋਂ ਸੰਵਿਧਾਨ ਉਹਨੇ ਪੇਸ਼ ਕੀਤਾ ਹੈਗਾ ਜਦੋਂ ਕੀ ਕਿਹਾ ਸੀਗਾ ਉਹਨਾਂ ਨੇ ਕਿਹਾ ਕਿ ਜਿਹੜਾ ਅੱਜ ਤੋਂ ਅਸੀਂ ਰਾਜਨੀਤਿਕ ਜਦੋਂ ਸੰਵਿਧਾਨ ਲਾਗੂ ਹੋ ਜਾਏਗਾ ਉਦੋਂ ਤੋਂ ਰਾਜਨੀਤਿਕ ਤੌਰ 'ਤੇ ਅਸੀਂ ਸਾਰੇ ਬਰਾਬਰ ਹੋਵਾਂਗੇ ਪੋਲੀਟੀਕਲੀ ਜਿਹਦੇ ਵਿੱਚ ਕਿ 1 man 1 vote 1 vote 1 value ਹੋਏਗੀ। ਪਰ ਜਿਹੜੇ ਫਿਰ ਵੀ ਜਿਹੜਾ ਸਮਾਜਿਕ ਤੌਰ 'ਤੇ ਔਰ ਆਰਥਿਕ ਤੌਰ 'ਤੇ ਅਸੀਂ ਨਾ ਬਰਾਬਰ ਹਾਂ। ਔਰ ਜਿਹੜੀ ਨਾ ਬਰਾਬਰਤਾ ਇਹ ਗੌਰਮੈਂਟ ਦੀ ਜ਼ਿੰਮੇਵਾਰੀ ਹੈ ਕਿ ਇਹਨੂੰ ਜਿੰਨੀ ਜਲਦੀ ਹੋਵੇ ਖਤਮ ਕਰ ਦੇਣਾ ਚਾਹੀਦਾ ਹੈਗਾ। ਜੇ ਖਤਮ ਨਹੀਂ ਕਰ ਸਕਦੇ ਤੇ ਜਿਹੜੇ ਰਿਜ਼ਲਟ ਹੈ ਉਹ ਮਤਲਬ ਭੈੜੇ ਨਿਕਲ ਸਕਦੇ ਹੈਗੇ ਆ ਔਰ ਜਿਹੜੇ ਲੋਕ ਇਹਦਾ ਸ਼ਿਕਾਰ ਹੋਣਗੇ ਉਹ ਬਗਾਵਤ ਕਰ ਸਕਦੇ ਆ। ਬਿਲਕੁਲ ਅਸੀਂ ਇਸ ਪੁਆਇੰਟ ਦੇ ਉੱਤੇ ਵਿਚਾਰ ਕਰਨੀ ਚਾਹੁੰਦੇ ਪਿਆਰੇ ਦਰਸ਼ਕੋ ਕਿ ਰਿਜ਼ਰਵੇਸ਼ਨ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਹਾਂ ਗੱਲ ਕਰੋ ਪਰ ਨਾਲ ਇਹ ਵੀ ਆ ਕਿ ਗਰੀਬੀ ਅਮੀਰੀ ਦਾ ਰੋਟੀ ਕੱਪੜੇ ਦਾ ਜਿਹੜੀ ਕਿ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਆ। ਇੱਥੇ ਤੁਸੀਂ ਦੇਖੋ ਗਰੀਬੀ ਅਮੀਰੀ ਔਰ ਤੁਹਾਡੀਆਂ ਇੰਪਲੋਇਮੈਂਟ ਜਿਹੜੀ ਆ ਸਰਕਾਰ ਦੀ ਜ਼ਿੰਮੇਵਾਰੀ ਆ। ਉਹ ਜਿਹੜੀਆਂ ਗੱਲਾਂ ਉਹਨਾਂ 'ਤੇ ਵੀ ਗੱਲ ਹੋਣੀ ਚਾਹੀਦੀ ਹੈ। ਇਸ ਲਈ 29 ਕਰੋੜ ਜਿਹੜੇ ਲੋਕ ਹੈਗੇ ਆ ਉਹ ਬਿਲੋ ਦਾ ਪਾਵਰਟੀ ਲਾਈਨ ਜਿਹੜੇ ਗਰੀਬੀ ਦੀ ਲਾਈਨ ਤੋਂ ਉਹ ਇਸ ਲਈ ਰਹਿ ਰਹੇ ਹਨ। ਦੇਸ਼ ਦੀ ਸਮਾਜਿਕ ਅਤੇ ਆਰਥਿਕ ਜਿਹੜੀ ਹਾਲਤ ਆ ਉਹਦੇ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ। ਪਿੰਡਾਂ ਦੇ ਵਿੱਚ 35 ਰੁਪਏ ਪਰ ਦਿਹਾੜੀ ਔਰ ਸ਼ਹਿਰਾਂ ਦੇ ਵਿੱਚ 45 ਜਾਂ 46 ਰੁਪਏ ਪਰ ਦਿਹਾੜੀ ਪਰ ਪਰਸਨ ਜਿਹੜੀ ਆ ਇਹ ਉੱਥੇ ਦੀ ਆਮਦਨ ਹੈਗੀ ਆ। ਅਸੀਂ ਚਾਹੁੰਦੇ ਹਾਂ ਕਿ ਇੰਪਲੋਇਮੈਂਟ ਦੇ ਜਿਹੜੀ ਅਨਇੰਪਲੋਇਮੈਂਟ ਇਸ ਲਈ ਹੈਗੀ ਆ ਉਹ 45 ਸਾਲ ਪਹਿਲਾਂ ਦੀ ਜਿਹੜੀ ਸੀਗੀ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਕੌਣ ਤੇ ਕਿੱਥੋਂ ਸਾਹਿਬ ਜੀ? ਜੈ ਗੁਰਦੇਵ, ਜੈ ਭੀਮ ਤੇ ਜੈ ਭਾਰਤ ਜੀ। ਹਾਂਜੀ ਹਾਲ ਚਾਲ ਹੈ ਮਾਨ ਜੀ, ਕੀ ਕਹਿਣਾ ਚਾਹੁੰਦੇ ਆ? ਦੇਖੋ ਜੀ ਜਿਹੜਾ ਮੁੱਦਾ ਤੁਹਾਡਾ ਬਹੁਤ ਵਧੀਆ ਹੈਗਾ ਆ ਜੀ। ਜਿਹੜੀ ਰਿਜ਼ਰਵੇਸ਼ਨ ਆ ਤਾਂ ਬਾਬਾ ਸਾਹਿਬ ਨੇ ਕਿਹਾ ਸੀਗਾ ਕਿ ਉਹਨਾਂ ਨੇ ਤਾਂ 2 ਵੋਟ ਦਾ ਹੱਕ ਮੰਗਿਆ ਸੀਗਾ ਜੀ ਤੇ 2 ਵੋਟ ਦਾ ਕਿ ਇੱਕ ਅਸੀਂ ਆਪਣੇ ਲਈ ਚੁਣਿਆ ਇੱਕ ਜਨਰਲ ਲਈ। ਲੇਕਿਨ ਗਾਂਧੀ ਨੇ ਉਸ ਵੇਲੇ ਕਾਂਗਰਸ ਨੇ ਮਰਨ ਵਰਤ ਰੱਖ ਕੇ ਉਹ ਸਾਡੇ ਜਿਹੜੇ ਹੱਕ ਸੀਗੇ ਲੈ ਕੇ ਖੋਹ ਲਏ। ਬਿਲਕੁਲ ਉਹਦੀ ਬਨਿਆਸਬਤ ਸਾਡੇ ਬਾਬਾ ਸਾਹਿਬ ਨੇ ਪੂਨਾ ਪੈਕਟ ਦੇ ਵਿੱਚ ਜੋ ਸਾਨੂੰ ਹੱਕ ਲੈ ਕੇ ਦਿੱਤੇ ਜਾਂ ਹੱਕ ਉਹਨਾਂ ਨੂੰ ਲੈਣੇ ਪਏ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਸਮਾਜ ਨਾਲ ਉਸ ਵੇਲੇ ਕਾਂਗਰਸ ਜਿਹੜੇ ਗਾਂਧੀ ਜਦੋਂ ਵਰਤ ਰੱਖ ਦਿੱਤਾ ਤੇ ਲੋਕਾਂ ਨੇ ਕਿਹਾ ਵੀ ਅਸੀਂ ਜਿਨ੍ਹਾਂ ਲਈ ਤੂੰ ਹੱਕ ਮੰਗਦੇ ਆ ਤੁਸੀਂ ਅਗਰ ਅਸੀਂ ਉਹਨਾਂ ਦਾ ਇੱਕ ਵੀ ਬੱਚਾ ਨਹੀਂ ਛੱਡਣਾ
ਤੇ ਉਹਨਾਂ ਨੇ ਖੂਨੀ ਉਹਨਾਂ ਨੂੰ ਖਤ ਲਿਖੇ ਕਿ ਤੈਨੂੰ ਅਸੀਂ ਜਾਨੋਂ ਮਾਰ ਦਿਆਂਗੇ ਜਾਂ ਤੇਰਾ ਜਿਹੜਾ ਸਮਾਜ ਆ ਉਹਨੂੰ ਅਸੀਂ ਫਿਨਿਸ਼ ਕਰ ਦੇਵਾਂਗੇ। ਬਿਲਕੁਲ ਬਿਲਕੁਲ। ਤੇ ਇਸ ਕਰਕੇ ਉਹਨਾਂ ਨੇ ਫਿਰ ਪੂਨਾ ਪੈਕਟ ਉਹਨਾਂ ਨੂੰ ਕਰਨਾ ਪਿਆ। ਪੂਨਾ ਪੈਕਟ ਦੇ ਵਿੱਚ ਸਾਨੂੰ ਵੋਟ ਕਦੀ ਵੋਟ ਮਿਲੀ ਔਰ ਰਿਜ਼ਰਵੇਸ਼ਨ ਦੇ ਵਿੱਚ ਜਿਹੜੇ ਸਾਡੇ ਹੱਕ ਨੇ ਉਹ ਲੈ ਕੇ ਦਿੱਤੇ। ਲੇਕਿਨ ਉਸ ਵੇਲੇ ਜਿਹੜੇ ਇਹਨਾਂ ਕਿਤੇ ਨਾ ਜਿਹੜੇ ਪੋਲੀਟੀਕਲ ਹੱਕ ਸੀਗੇ ਨਾ ਉਹ 10 ਸਾਲ ਲਈ ਸੀਗੇ, ਲੇਕਿਨ ਜਿਹੜੇ ਪੋਲੀਟੀਕਲ ਹੱਕ 10 ਸਾਲ ਲਈ ਉਹ ਇਹਨਾਂ ਨੇ ਖਤਮ ਨਹੀਂ ਕੀਤੇ, ਲੇਕਿਨ ਬਾਕੀ ਦੀ ਜਿਹੜੀ ਰਿਜ਼ਰਵੇਸ਼ਨ ਹੈ ਨਾ ਉਹ ਖਤਮ ਕਰਦੇ ਰਹੇ ਆ, ਕਿਉਂਕਿ ਜਦੋਂ ਪ੍ਰਾਈਵੇਟਾਈਜ਼ ਹੋ ਕੇ ਰਿਜ਼ਰਵੇਸ਼ਨ ਹੈ ਹੀ ਨਹੀਂ ਕਿਤੇ ਵੀ। ਤੇ ਇਸ ਕਰਕੇ ਇਹ ਜਿਹੜੀ ਕਾਂਗਰਸ ਗਵਰਨਮੈਂਟ ਵੀ ਉਹਨੇ ਵੀ ਕੋਈ ਸਾਡੇ ਲਈ ਕੁਝ ਨਹੀਂ ਸੋਚਿਆ। ਤੇ ਜਿਹੜੀ ਹੁਣ RSS ਇਹ ਸਾਰੀਆਂ ਮਨੂਵਾਦੀ ਸੋਚ ਦੀਆਂ ਸਰਕਾਰਾਂ ਹਨ, ਇਹ ਸਾਡੇ ਸਮਾਜ ਲਈ ਕਦੇ ਨਹੀਂ ਸੋਚ ਸਕਦੀਆਂ। ਲੇਕਿਨ ਸਾਡੇ ਸਮਾਜ ਨੂੰ ਕੀ ਚਾਹੀਦਾ ਆ, ਸਾਡੇ ਸਮਾਜ ਨੂੰ ਇੱਕੋ ਹੀ ਇੱਕ ਪਾਰਟੀ ਜਿਹੜੀ ਕਿ ਬਾਬਾ ਸਾਹਿਬ ਦੀ ਸੋਚ ਤੇ ਚੱਲਦੀ ਆ ਔਰ ਆਪਣੇ ਹੱਕਾਂ ਦੀ ਰਾਖੀ ਕਰ ਸਕਦੀ ਆ। ਲੇਕਿਨ ਸਾਡਾ ਸਮਾਜ ਕੋਈ ਕਾਂਗਰਸ ਵਿੱਚ ਜਾ ਕੇ ਬੈਠਾ, ਕੋਈ BJP ਵਿੱਚ ਜਾ ਕੇ ਬੈਠਾ, ਕੋਈ ਆਮ ਆਦਮੀ ਪਾਰਟੀ ਵਿੱਚ ਬੈਠਾ, ਕੋਈ ਕਿਸੇ 'ਚ ਜਾ ਕੇ ਬੈਠਾ, ਉਹਨਾਂ ਦੇ ਜਾ ਕੇ ਤਲੂਏ ਚੱਟਦੇ ਆ। ਲੇਕਿਨ ਸਾਡੀ ਇੱਕੋ ਹੀ ਇੱਕ ਪਾਰਟੀ ਬਹੁਜਨ ਸਮਾਜ ਪਾਰਟੀ ਆ, ਜਿਹੜੇ ਸਾਡੇ ਹੱਕਾਂ ਦੀ ਔਰ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਉਹਨਾਂ ਦੇ ਹੱਥਾਂ ਦੇ ਵਿੱਚ ਹੈ, ਉਹੀ ਬਚਾ ਸਕਦੀ ਆ। ਲੇਕਿਨ ਸਾਡਾ ਜੋ ਅਸੀਂ ਮੰਦਬੁੱਗੀ ਦੇ ਸਾਡੇ ਦਿਮਾਗ ਦੇ ਲੋਕ ਨੇ ਨਾ, ਉਹ ਕਾਂਗਰਸ ਦੇ ਵਿੱਚ ਜਾ ਕੇ BJP ਦੇ ਵਿੱਚ ਜਾ ਕੇ ਬੈਠੇ ਆ। ਉਹਨਾਂ ਨੂੰ ਆਪਣੇ ਆਪ ਹਿਆ ਨਹੀਂ ਆ, ਉਹਨੂੰ ਬਾਬਾ ਸਾਹਿਬ ਨੂੰ ਪੜ੍ਹਿਆ ਨਾ, ਉਹਨਾਂ ਨੇ ਆਪਣੇ ਸਮਾਜ ਦਾ ਆਉਣ ਵਾਲਾ ਭਵਿੱਖ ਬੱਚਿਆਂ ਦਾ ਸੋਚਿਆ ਕਦੇ ਵੀ। ਮਾਨ ਜੀ ਸਵਾਲ ਹੈ, ਹਾਂਜੀ ਤੁਸੀਂ ਕਿਹਾ ਕਿ ਸਿਆਸੀ ਪੋਲੀਟੀਕਲ ਰਿਜ਼ਰਵੇਸ਼ਨ ਜੀ 10 ਸਾਲ ਲਈ ਸੀ, ਹਾਂਜੀ, ਔਰ ਦੂਸਰੀ ਉਹਦੀ ਕੋਈ ਲਿਮਿਟ ਨਹੀਂ ਸੀ, ਹਾਂਜੀ, ਜਿਹਦੀ ਲਿਮਿਟ ਹੈ ਨਹੀਂ ਸੀ ਉਹਨੂੰ ਖਤਮ ਕਰ ਰਹੇ ਆ, ਹਾਂਜੀ, ਔਰ ਜਿਹਦੀ 10 ਸਾਲ ਦੀ ਲਿਮਿਟ ਸੀਗੀ ਉਹ ਖਤਮ ਨਹੀਂ ਕਰ ਰਹੇ, ਇਹਦੀ ਕੀ ਵਜ੍ਹਾ ਹੋ ਸਕਦੀ ਤੁਹਾਡੇ ਖਿਆਲ 'ਚ? ਦੇਖੋ ਜੀ, ਇਹਦੀ ਵਜ੍ਹਾ ਇਹੀ ਹੈ ਕਿ ਜੇ ਉਹ ਅਗਰ ਉਹ ਪੋਲੀਟੀਕਲੀ ਖਤਮ ਕਰ ਦਿੰਦੇ ਤਾਂ ਇਹਨਾਂ ਨੂੰ ਚਮਚੇ ਨਹੀਂ ਮਿਲਣਗੇ। ਅੱਛਾ ਅੱਛਾ, ਹਾਂਜੀ, ਕਿਉਂਕਿ ਸਾਡੇ ਸਮਾਜ ਦੇ ਜਿਹੜੇ ਚਮਚੇ ਆ ਨਾ ਉਹ ਚਮਚੇ ਪੈਦਾ ਹੋਏ ਆ। ਤੁਹਾਡਾ ਮਤਲਬ 131 MP ਉਹ ਚਮਚੇ ਆ ਜੀ। ਅੱਛਾ, ਹਾਂਜੀ, ਉਹ ਚਮਚਾ ਪਤਾ ਕੀ ਹੈ, ਚਮਚੇ ਦੀ ਜਿਹੜੀ ਹੁੰਦੀ ਹੈ ਨਾ ਹੋਂਦ, ਉਹ ਚਮਚੇ ਨੂੰ ਖਾ ਕੇ ਧੋ ਕੇ ਤੇ ਪਰੇ ਰੱਖ ਦੇਈਦਾ ਆ। ਇਹੀ ਸਾਡੇ ਸਮਾਜ ਦੇ ਉਹ ਚਮਚਿਆਂ ਦੀ ਹਾਲਤ ਇਹ ਆ ਨਾ, ਜਿੱਦਾਂ ਮਰਸਡੀ ਦੇ ਵਿੱਚ ਇੱਕ ਕਤੂਰੇ ਨੂੰ ਬੰਨ ਕੇ ਕੁੱਤੇ ਨੂੰ ਰੱਖਿਆ ਹੋਵੇ ਨਾ, ਮੂੰਹ ਨੂੰ ਛਿਕੜੀ ਲਾ ਕੇ, ਉਹ ਕਿਤੇ ਨਾ ਬੈਠਾ ਹੁੰਦਾ ਹੈ AC ਕਾਰ ਦੇ ਵਿੱਚ, ਪਰ ਉਹ ਬੋਲ ਨਹੀਂ ਸਕਦਾ। ਇਹ ਸਾਡੇ ਉਹ 31 ਜਿਹੜੇ MP ਔਰ MLA ਆ, ਉਹਨਾਂ ਦੀ ਹਾਲਤ ਉਹ ਆ। ਔਰ ਇਹਨਾਂ ਦੇ ਨਾਲ 1200 ਤੋਂ ਉੱਤੇ MLA ਆ, ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਉਹਨਾਂ ਬਾਰੇ ਵੀ ਸਾਰੇ ਇੱਕੋ ਹੀ ਆ ਜੀ ਇਹ, ਕਿਉਂਕਿ ਜਿਹੜੇ 1200 MLA ਆ ਜਾਂ ਕਿੰਨੇ ਵੀ ਆ, 131 MP ਆ, ਔਰ ਇਹ ਜਿਹੜੇ ਸਮਾਜ ਦੇ ਸਾਡੇ ਚਮਚੇ ਆ, ਉਹ ਇਹ ਸਾਡੇ ਸਮਾਜ ਦਾ ਭਲਾ ਨਹੀਂ ਕਰ ਸਕਦੇ। ਸਾਡੇ ਸਮਾਜ ਨੂੰ ਚਾਹੀਦਾ ਕਿ ਇਹਨਾਂ ਲੋਕਾਂ ਨੂੰ ਵੋਟਾਂ ਨਹੀਂ ਪਾਉਣੀਆਂ ਚਾਹੀਦੀਆਂ। ਇੱਕੋ ਹੀ ਪਾਰਟੀ ਹੈ ਜਿਹੜੀ ਬਹੁਜਨ ਸਮਾਜ ਪਾਰਟੀ, ਆਪਣੇ ਸਮਾਜ ਬਾਰੇ ਸੋਚੇਗੀ, ਬਾਕੀ ਦੇ ਸਾਰੇ ਚਮਚੇ ਨੇ। ਥੈਂਕ ਯੂ ਮਾਨ ਜੀ, ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਕੰਟਰੀਬਿਊਸ਼ਨ ਦਾ। ਪਿਆਰੇ ਦਰਸ਼ਕੋ, ਮੈਂ ਇਹ ਕਹਿ ਰਿਹਾ ਸੀਗਾ ਕਿ ਜੇ ਬਹਿਸ ਕਰਨੀ ਹੈਗੀ ਆ ਤਾਂ ਬਹਿਸ ਹੋਣੀ ਚਾਹੀਦੀ ਹਰ ਇੱਕ ਮੁੱਦੇ 'ਤੇ, ਲਾ ਐਂਡ ਆਰਡਰ 'ਤੇ ਬਹਿਸ ਹੋਣੀ ਚਾਹੀਦੀ ਹੈ, ਔਰ ਔਰਤਾਂ ਦੀ ਰੱਖਿਆ 'ਤੇ ਬਹਿਸ ਹੋਣੀ ਚਾਹੀਦੀ ਹੈ, ਬਲਾਤਕਾਰ ਛੋਟੀਆਂ ਛੋਟੀਆਂ ਬੱਚੀਆਂ ਦੇ ਉੱਤੇ ਜੋ ਅਤਿਆਚਾਰ ਹੁੰਦੇ ਉਹਦੇ 'ਤੇ ਬਹਿਸ ਹੋਣੀ ਚਾਹੀਦੀ ਹੈ, ਹੈਲਥ ਦੇ ਉੱਤੇ ਬਹਿਸ ਹੋਣੀ ਚਾਹੀਦੀ ਹੈ। ਔਰ ਇਹਨਾਂ ਮੁੱਦਿਆਂ 'ਤੇ ਅਸੀਂ ਗਾਹਾਂ ਵਿਚਾਰ ਕਰਨ ਤੋਂ ਪਹਿਲਾਂ ਦਵਿੰਦਰ ਜੀ ਆਪਾਂ ਕਲਿੱਪ ਦੇਖ ਲਈਏ। ਮੈਂ ਇੱਕ ਗੱਲ ਕਰਨੀ ਚਾਹੁੰਦਾ ਸੀਗਾ, ਮਾਨ ਸਾਹਿਬ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਜ਼ਿਕਰ ਕੀਤਾ ਕਿ ਸਾਡੀ ਕੌਮ 'ਚ ਜਿਹੜੇ ਚਮਚੇ ਬਣ ਕੇ ਦੂਜੀਆਂ ਪਾਰਟੀਆਂ 'ਚ ਬੈਠੇ ਹੈਗੇ। ਮੈਂ ਉਹ ਗੱਲ ਕਰਦਾ ਵੀ ਚਮਚੇ ਦਾ ਸੁਭਾਅ ਆ, ਚਮਚਾ ਇੱਕ ਇਹੋ ਜਿਹੀ ਚੀਜ਼ ਆ ਕਿ ਉਹਦਾ ਸੁਭਾਅ ਆ ਕਿ ਜਿਸ ਵੀ ਭਾਂਡੇ 'ਚ ਹੋਏਗਾ ਉਹ ਉਹਨੂੰ ਖਾਲੀ ਕਰੇਗਾ। ਔਰ ਇਹ ਸਾਡੇ ਸਮਾਜ ਵਿੱਚ ਚਮਚੇ ਜਿਹੜੇ ਆ ਨਾ, ਇਹ ਸਮਾਜ ਨੂੰ ਖਾਲੀ ਕਰੀ ਜਾਂਦੇ ਆ। ਸੋ ਇਹਨਾਂ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ ਕਿ ਇਹਨਾਂ ਤੋਂ ਜਿੰਨੀ ਛੇਤੀ ਛੁਟਕਾਰਾ ਪਾ ਲਿਆ ਜਾਵੇ ਉਹਨਾਂ ਚੰਗਾ ਹੈਗਾ। ਥੈਂਕ ਯੂ। ਤੁਸੀਂ ਆਪਣਾ ਹੁਣ ਕੰਮ ਕਰ ਸਕਦੇ। ਅਸੀਂ ਹੁਣ ਪਿਆਰੇ ਦਰਸ਼ਕੋ ਅੱਗੇ ਵਧਣ ਲਈ ਅਸੀਂ ਤੁਹਾਨੂੰ 2 ਕਲਿੱਪ ਲਗਾਤਾਰ ਦਿਖਾਉਣੇ ਚਾਹੁੰਦੇ ਹਾਂ। ਟੈਕਨੀਸ਼ੀਅਨ ਜੀ ਪਹਿਲਾਂ ਤਾਂ ਉਹ ਬੱਚੇ ਵਾਲਾ दिखाना, उस तो बाद दूसरा दिखाना। थैंक यू थोड़ा। हाँ जी मोदी जी, मेरा बात ध्यान से सुनिए। मैं सीतामढ़ी जिला से बोल रहा हूँ। चैनपुर में मेरा बेटी को सांप काट लिया था। मेजरगंज में मैं लेके गया हूँ हॉस्पिटल में, यहाँ मैं सुरक्षित लेके गया था। कोई साधन, कोई प्रसाधन मेरे को कोई गाड़ी नहीं दिया है। मैं उसको बोला एम्बुलेंस दो इसको सीतामढ़ी ले जाने के लिए, तो कोई मेरे को गाड़ी नहीं दिया है, एम्बुलेंस नहीं दिया है। मेरा बेटी देखो, बेटी बचाओ का आप ऐलान करके रखा है, बेटी बचाओ नहीं बेटी मुआव कर रहे हो आप। मेरे बेटी को मार दिए हो आप मेरे बेटी को मुआ दिए हो। देखो ये उंगली में
सांप काटा है। मैं यहाँ पे बांध के और हॉस्पिटल में पहुंचा हूँ और बोला हूँ कि इसको बढ़िया से ट्रीटमेंट कीजिए। तो 2 सुइया हलाया है और पता नहीं कौन सा सुइया हलाया है। सीतामढ़ी ले जाने के लिए मेरे पास कोई साधन नहीं था, टेम्पू में लेके गया हूँ, मेरा बेटी आधा रास्ता में मर गया है। आपके पास एम्बुलेंस नहीं है? यही सरकारी हॉस्पिटल है? मेरे को किडनैप कर लीजिए। आइए, मैं गलती बोल रहा हूँ तो पूरा समाज, पूरा सबूत मेरे साथ है। देखिए मैं लाश लिया हूँ, बेटी को लाश लिया हूँ। कितना पागल हूँ, अभी इतना पागल हूँ, मंदोगर तक प्रशासन तक पहुँच जाऊँ। अगर है किसी में दम तो शेयर कीजिए बात को आगे। बेटी बचाओ नहीं, बेटी मुआव हो रहा है, इलाज नहीं हो रहा है, सत्यानाश हो रहा है। मेरा बेटी को सांप काट लिया तो इसको इलाज नहीं होगा। 1.5 घंटा तक मेरा बेटी जिंदा रही है। 1.5 घंटा बोलता हूँ, सॉरी, आधा घंटा, तकरीबन 40 मिनट तक मेरा बेटी जिंदा रही है। एम्बुलेंस नहीं मिला मेरे को। अब इसको स्टॉप पर शेयर करो। आर्थिक विज्ञान पढ़ा, जो आंकड़े मेरे सामने हैं, सरकार के बड़े मंत्री यहां बैठे हैं वो जानते होंगे। हिंदुस्तान में 3 लाख लोग एक साल में भूख से मरते हैं। हिंदुस्तान में पिछले 5 साल में 14,000 किसानों ने आत्महत्या की है। दुनिया के 1,000 अमीरों में हिंदुस्तान के कुल 26 लोग हैं और 26 करोड़ लोग गरीबी की रेखा से नीचे जिंदगी जीते हैं। तब मैं एक गरीब आदमी के पक्ष में कविता पढ़ना चाहता हूं। मेरा गीत चांद है न चांदनी है आजकल, ना किसी के प्यार की ये रागनी है आजकल। मेरा गीत हास्य भी नहीं है, माफ कीजिए, साहित्य का भाष्य भी नहीं है, माफ कीजिए। मैं गरीब के रुदन के आंसुओं की आग हूँ, मैं गरीब के रुदन के आंसुओं की आग हूँ। मैं भूख के मजार पर जला हुआ चिराग हूँ, भूख के मजार पर जला। बहुत अच्छे भाई डॉक्टर साहब, क्या कहने, वाह 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 वाह। भूख के मजार पर जला हुआ चिराग हूँ। मेरा गीत आरती नहीं है राजपाट की, कसमसाती आत्मा है सोए राजघाट की। मेरा गीत झोपड़ी के दर्दों की जुबान है, भुखमरी का आईना है, आंसू का बयान है, भुखमरी का आईना है, आंसू का बयान है। भावना का ज्वार भाटा जिए जा रहा हूँ मैं, भावना का ज्वार भाटा जिए जा रहा हूँ मैं। क्रोध वाले आंसुओं को पिए जा रहा हूँ मैं। मेरा होश खो गया है लोहू के उबाल में, कैदी होकर रह गया हूँ मैं इसी सवाल में। एक सवाल में कैद हूँ और निवेदन करता हूँ देश के वो 50 करोड़ लोग जो रात को पेट भर रोटी खाते हैं, जिनका पेट भरता है रोटी से, रात भर उनके घर में रोटी इतनी है कि उनका पेट भर जाए, उनके दिल में आपको लगे कि ये सवाल चुभना चाहिए तो मैं पूरे सदन का आशीर्वाद मांगता हूं। आपको लगे कि ये सवाल हिंदुस्तान के हर उस दिल में चुभना चाहिए जिनको पेट भर रोटी मिलती है। सुनिएगा, मेरा सवाल बहुत छोटा सवाल है और देश की सरकार के सामने सवाल रखता हूं। आपको लगे कि ये सवाल तो चुभना चाहिए तो मुझे आशीर्वाद दे दीजिएगा, मैं समझूंगा मेरा लखनऊ आना सफल हो गया। मैं भावना का ज्वार भाटा जिए जा रहा हूं मैं, क्रोध वाले आंसुओं को पिए जा रहा हूं मैं। मेरा होश खो गया है लोहू के उबाल में, कैदी होकर रह गया हूं मैं इसी सवाल में। आत्महत्या की चिता पर देख कर किसान को, आत्महत्या की चिता पर देख कर किसान को नींद कैसे आ रही है देश के प्रधान को, नींद कैसे आ रही है, वाह 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 वाह, नींद कैसे आ रही है देश के प्रधान को। सोच कर ये शोक शर्म से भरा हुआ हूँ मैं, सोच कर ये शोक शर्म से भरा हुआ हूँ मैं, और मेरे काव्य धर्म से डरा हुआ हूँ मैं स्वयं को आज गुनहगार पाने लगा हूँ, इसलिए मैं भुखमरी के गीत गाने लगा हूँ। गा रहा हूँ इसलिए कि इंकलाब ला सकूं, झोपड़ी के अंधेरों में आफताब ला सकूं, झोपड़ी के अंधेरों में आफताब, झोपड़ी के अंधेरों में आफताब ला सकूं। इसीलिए देसी या विदेशी मूल भूल कर, इसीलिए देसी या विदेशी मूल भूल कर, जो अतीत में हुई है भूल 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 कर, पंचतारा पद्धति का पंथ रोक टोक कर, वैभवी विलासता को एक साल रोक कर, मुझे मेरा पूरा देश आज क्रुद्ध चाहिए, मुझे मेरा पूरा देश आज क्रुद्ध चाहिए। झोपड़ी की भूख के विरुद्ध युद्ध चाहिए, झोपड़ी की भूख के विरुद्ध युद्ध चाहिए, झोपड़ी की भूख। मेहरबानो भूख की व्यथा कथा सुनाऊंगा, मेहरबानो भूख की व्यथा कथा सुनाऊंगा, महज तालियों के लिए गीत नहीं गाऊंगा। शायद आप सोचते हो ये विषय फिजूल है, किंतु देश का भविष्य ही मेरा उसूल है। आप ऐसा सोचते हैं तो भी बेकसूर हैं, क्योंकि आप भुखमरी की त्रासदी से दूर हैं, क्योंकि आप भुखमरी की त्रासदी से दूर हैं। आपने देखी नहीं है भूखे पेट की तरफ, आपने देखी नहीं है भूखे पेट की तरफ, काल देवता से भूखे तन के प्राण की झड़प। मैंने ऐसे बचपनों की दास्तान कही है, मैंने ऐसे बचपनों की दास्तान कही है,
जहां माँ की सूखी छातियों में दूध नहीं है, जहां माँ की सूखी छातियों में। मैंने ऐसे बचपनों की दास्तान कही है, मैंने ऐसे बचपनों की दास्तान कही है, जहां माँ की सूखी छातियों में दूध नहीं है, जहां गरीबी की कोई सीमा रेखा ही नहीं, जहां गरीबी की कोई सीमा रेखा ही नहीं। लाखों बच्चे हैं जिन्होंने दूध देखा ही नहीं, लाखों बच्चे हैं जिन्होंने दूध देखा ही नहीं। शर्म से भी शर्मनाक जीवन काटते हैं वे, शर्म से भी शर्मनाक जीवन काटते हैं वे। कुत्ते जिसे चाट चुके झुटन चाटते हैं वे। भूखा बच्चा सो रहा है आसमान ओढ़कर, माँ रोटी कमा रही है पत्थरों को तोड़कर, माँ रोटी कमा रही है पत्थरों को तोड़कर, माँ रोटी कमा रही है पत्थरों को तोड़कर। बिना प्राण के भूख से माँ रोटी कमा रही है पत्थरों को तोड़कर। जिनके पांव नंगे हैं, जिनके पांव नंगे हैं भी और तार तार हैं, जिनके पांव नंगे हैं और तार तार हैं। जिनकी सांस सांस साहूकारों की उधार है, जिनके प्राण बिन दवाई मृत्यु के कगार हैं। आत्महत्या कर रहे हैं भूख के शिकार हैं, आत्महत्या कर रहे हैं भूख। 3 लाख लोग जब देश में मरते हो तब लिखता हूं। बेटियां जो शर्मो है या होती हैं जहान की। संस्कृति का देश है ये। 75,000 बार बालाएं अकेले बंबई में। सरकार ने रोक लगाई तो कहती है हमारा रोजगार है। बेटियां जो शर्मो है या होती हैं जहान की। भूख ने तोड़ा तो वस्तु हो गई दुकान की, भूख ने तोड़ा तो वस्तु हो गई दुकान की। भूख का आस्थाओं का स्वरूप बेच देती है, निर्धनों की बेटियों का रूप बेच देती है। भूख कभी कभी ऐसे दांव पेच देती है, सिर्फ 2000 में माँ बेटा बेच देती है, सिर्फ 2000 में माँ बेटा बेच देती है। भूख आदमी का स्वाभिमान तोड़ देती है, आन बान शान का गुमान तोड़ देती है। भूख सुदामाओं का भी मान तोड़ देती है। और एक पंक्ति इतिहास से छीनी, इतिहास से छीनी है। आपका समर्थन मांगता हूं, इतिहास रूटीना छीन के ले जाए। भूख आदमी का स्वाभिमान तोड़ देती है, आन बान शान का गुमान तोड़ देती है। भूख सुदामाओं का भी मान तोड़ देती है। महाराणा प्रताप की भी आन तोड़ देती है, महाराणा प्रताप की भी आन तोड़ देती है। भूख तो हुजूर पूरा नूर छीन लेती है, मजूरन की मांग का सिंदूर छीन लेती है। किसी किसी मौत पर धर्म कर्म भी रोता है। मैं अमेरिका में था तो एक जानकारी मिली मुझे। मंत्री साहब, हो सकता है आप तक ये जानकारी पहली बार पहुंचे। दुनिया में कुल 3 देश ऐसे हैं, केवल 3 देश दुनिया में, इथियोपिया, सोमालिया और भारत, जहां गरीबों को मुर्दा बेचने का कानूनी अधिकार है। अगर किसी के घर में इतनी गरीबी है कि मुर्दा बेच के रोटी मिलती है, तो मुर्दा बेच सकने का कानून हिंदुस्तान में साउथ, बिहार और उड़ीसा में पाया जाता है। दुनिया में केवल 3 देश हैं जहां मुर्दे बिकने की मंडी लगती है। तब सुनिए, किसी किसी मौत पर धर्म कर्म भी रोता है। और इस क्रोध को गाना चाहता हूं, आपका साथ मांगता हूं, आपको लगे इस क्रोध में मुझे कहने का हक है। किसी किसी मौत पर धर्म कर्म भी रोता है, क्योंकि क्रिया कर्म का भी पैसा नहीं होता है। घर वाले गरीब सुगम सहेज लेते हैं, बिना दाह संस्कार मुर्दा बेच देते हैं। थूक कर धिक्कारता हूं मैं ऐसे विकास को, जो कफन भी दे ना पाए गरीबों की लाश को, जो कफन भी दे ना पाएगा। अंतिम छंद सुनिए जिसके लिए कविता लिखी। किसी किसी मौत पर धर्म कर्म भी रोता है, किसी किसी मौत पर धर्म कर्म भी रोता है, क्योंकि क्रिया कर्म का भी पैसा नहीं होता है। घर वाले गरीब सुगम सहेज लेते हैं, बिना दाह संस्कार मुर्दा बेच देते हैं। थूक कर धिक्कारता हूं मैं ऐसे विकास को, जो कफन भी दे ना पाए गरीबों की लाश को, जो कफन। जिस दिन कविता पूरी की, कलकत्ता के पास बदनापुर में एक रात में 27 लोग भूख से मरे थे, जहां वामपंथियों की सरकार। एक रात में 27 लोग। कोई नहीं पहुंचा मदद के लिए। जानते हो कौन पहुंचा? कलकत्ता की वेश्याओं ने बैंकों से पैसा निकालकर ठेलों पर अनाज डालकर उस गांव में जाकर के अनाज बांटने की कोशिश की। मैंने उस दिन ये कोशिश की, ये काम वेश्याओं का नहीं था। ये किसका काम था? कानूनी व्यक्ति होने के नाते मुझे बताना चाहिए। दुनिया में 16 देश हैं जहां लोग भूख से मरते हैं, और वो 16 देश हैं जहां भूख से मरने की सजा किसे मिले ऐसा कोई कानून नहीं है। मैं उस कानून की मांग करता हूं, मंत्री महोदय के सामने करता हूं, और दावा करता हूं कि एक कानून हिंदुस्तान में बना दो जो मैं चाहता हूं, एक भी मौत भूख से नहीं होगी। ये दावा है मेरा। 611 कलेक्टर है हिंदुस्तान में, हर कलेक्टर के पास एक फंड है। कई राज्यों में उस फंड का नाम स्टारवेशन फंड है, भुखमरी कोष।
सांसद को 2 करोड़ मिलता है विकास के नाम पर, एमएलए को 1 करोड़ मिलता है विकास के नाम पर, कलेक्टर का फंड और ये विकास निधि, और फिर भी कोई भूख से मर जाए। तो जिस कानून की आवश्यकता है उस कानून का समर्थन करना। कल संसद मेरी बात पहुंच जाएगी, मैं समर्थन मांगता हूं सिर्फ। भूख का निदान झूठे वायदों में नहीं है, सिर्फ पूंजीवादियों के फायदों में नहीं है। भूख का निदान कर्णधारों से नहीं हुआ, गरीबी हटाओ जैसे नारों से नहीं हुआ। भूख का निदान प्रशासन का पहला कर्म है, भूख का निदान प्रशासन का पहला कर्म है। गरीबों की देखभाल सिंहासन का धर्म है। इस धर्म की पालना में जिस किसी से चूक हो, उनके साथ मुलजिमों के जैसा ही सलूक हो, उनके साथ मुलजिमों के जैसा ही। इस धर्म की पालना में जिस किसी से चूक हो, उनके साथ मुलजिमों के जैसा ही सलूक हो। भूख से कोई मरे ये हत्या के समान है, भूख से कोई मरे ये हत्या के समान है। हत्याओं के लिए मृत्युदंड का विधान है। कानूनी किताबों में सुधार होना चाहिए, कानूनी किताबों में सुधार होना चाहिए। मौत का किसी को जिम्मेदार होना चाहिए, मौत का किसी को जिम्मेदार हो। और किसी पर कविता छोड़ देता तो मैं कहे का हरिओम पवार। अब मेरा साहस देखना, किसी का नाम बता रहा हूं। मिले तो गिरबान पकड़ना। मेरे पास 1.5 साल की दुनिया की कानून पढ़ने के बाद लीगल सैंक्शन है ये बात कहने के लिए। कौन जिम्मेदार है? समर्थन करो तो जी भरकर उस जोश में करना जिस जोश में गाने की मैंने हिम्मत की कविता सुनना है। भूख से कोई मरे ये हत्या के समान है, हत्याओं के लिए मृत्युदंड का विधान है। कानूनी किताबों में सुधार होना चाहिए, मौत का किसी को जिम्मेदार होना चाहिए। भूखों के लिए नया कानून मानता हूं मैं, भूखों के लिए नया कानून मानता हूं मैं। समर्थन में जनता का जुनून मांगता हूं मैं। खुदकुशी या मौत का जब भुखमरी आधार हो, खुदकुशी या मौत का जब भुखमरी आधार हो, उस जिले का जिलाधीश सीधे जिम्मेदार हो, उस जिले का जिलाधीश सीधे जिम्मेदार, उस जिले का जिलाधीश सीधे जिम्मेदार। हिम्मत करो तो आगे करना इससे भी, ताकि मंत्री को लगे कि वो शायरों को कवियों को अगर प्रश्न देते हैं, हौसला देते हैं, तो पता चले कि कवियों को शायरों की सच्चाई को हौसला मिलना चाहिए। उस जिले का जिलाधीश सीधे जिम्मेदार हो, वहां का एमएलए एमपी भी गुनहगार है, क्योंकि ये रहनुमा चुना हुआ पहरेदार है। चाहे नेता अफसरों की लोभी आज क्रुद्ध हो, चाहे नेता अफसरों की लोभी आज क्रुद्ध हो, हत्या का मुकदमा इन्हीं तीनों के विरुद्ध हो, हत्या का मुकदमा इन्हीं तीनों के विरुद्ध, हत्या का मुकदमा इन्हीं तीनों के विरुद्ध हो। अब केवल कानून व्यवस्था को टोक सकता है, भुखमरी से मौत एक दिन में रोक सकता है। अब केवल कानून व्यवस्था को टोक सकता है, भुखमरी से मौत एक दिन में रोक सकता है। आज से ही संविधान में विधान कीजिए, 1-2 कलेक्टरों को फांसी टांग दीजिए, 1-2 कलेक्टरों। प्यारे दर्शकों, कुछ कहने की जरूरत नहीं पै रही, सारा कुछ सुन के। मुहम्मद इकबाल दियां 2 लाइनां थोड़े सामने मैं भी पेश करदा। मुद्दतें गुजर गई जहाँ पर रंजो गम सहते हुए, शर्म सी आती है अब इसको वतन कहते हुए। इस शख्स की जो कविता सी, वो कविता नहीं, एक खून दे हंझू सन, दर्द सी दिल दी तैर दे विचों आ रहा बाहर, उभर उभर के जिस तरह पहाड़ दी तह दे थले एक ज्वाला बाहर नूं फटदा है, और इस तरह वो फट रहा सीगा। मैं समझदा हाँ कि उन्होंने जिहड़ा पैगाम दिता कि कानून चाहिदा, संविधान बाबा साहब का है दिता होया, उहदे मुताबिक कानून नहीं बन रहे। भुखमरी क्यों है, जुल्म सितम क्यों है, औरतां दी बेइज्जती क्यों है, बलात्कार क्यों है, हस्पतालों दे विच इलाज क्यों नहीं। जीदे बच्चे यूपी दे हस्पतालों दे विच पिछले साल भी रौला पिया सीगा, 2-3 हस्पतालों दे विच लोग जींदे बच्चे लैके जाते इलाज कराउण और मुर्दा लैके आउंदे आ। बड़ा हंगामा होया सीगा। और उन्होंने
ਆਪਣੀ 10 ਮਿੰਟ ਦੀ ਕਵਿਤਾ ਦੇ ਵਿੱਚ ਸਾਰੇ ਭਾਰਤ ਦਾ ਜਿਹੜਾ ਨਕਸ਼ਾ ਸਾਡੇ ਸਾਹਮਣੇ ਪਿਆਰੇ ਦਰਸ਼ਕੋ ਪੇਸ਼ ਕਰ ਦਿੱਤਾ। ਦਵਿੰਦਰ ਜੀ ਤੁਸੀਂ ਕੀ ਐਡ ਕਰਨਾ? ਹਾਂਜੀ, ਆਪਾਂ ਕਾਨੂੰਨ ਦੀ ਗੱਲ ਕਰਦੇ ਸੀਗੇ। ਬਾਬਾ ਸਾਹਿਬ ਨੇ ਕਿਹਾ ਸੀ ਵੀ ਸੰਵਿਧਾਨ ਜਿੰਨਾ ਮਰਜ਼ੀ ਕਮਜ਼ੋਰ ਵੀ ਹੋਵੇ, ਮਾੜਾ ਵੀ ਹੋਵੇ, ਪਰ ਜੇ ਉਹਨੂੰ ਲਾਗੂ ਕਰਨ ਵਾਲੇ ਸਹੀ ਆ ਤੇ ਉਹ ਵੀ ਚੰਗਾ ਸਾਬਤ ਹੋ ਸਕਦਾ। ਔਰ ਜੇ ਸੰਵਿਧਾਨ ਜਿੰਨਾ ਮਰਜ਼ੀ ਵਧੀਆ ਵੀ ਹੋਵੇ, ਪਰ ਜੇ ਉਹਨੂੰ ਲਾਗੂ ਕਰਨ ਵਾਲੇ ਜਿਹੜੇ ਇਨਸਾਨ ਉਹ ਸਹੀ ਨਹੀਂ ਹੈਗੇ ਤੇ ਉਹ ਵੀ ਕਮਜ਼ੋਰ ਸਾਬਤ ਹੋਏਗਾ, ਉਹ ਵੀ ਗਲਤ ਸਾਬਤ ਹੋਏਗਾ, ਉਹ ਵੀ ਫੇਲ ਹੋਏਗਾ। ਬਿਲਕੁਲ। ਔਰ 74 ਸਾਲ ਹੋ ਗਏ ਭਾਰਤ ਆਜ਼ਾਦ ਹੋਏ ਨੂੰ, ਔਰ ਹਾਲੇ ਤੱਕ ਇਹ ਹਾਲਾਤ ਆ। ਹਾਲੇ ਤੱਕ ਇਹ ਹਾਲਾਤ ਆ ਕਿ ਹਾਲੇ ਤੱਕ ਵੀ ਲੋਕਾਂ ਨੂੰ ਰੋਟੀ ਰੱਜਵੀਂ ਨਹੀਂ ਮਿਲਦੀ। ਇਹ ਤਾਂ ਇੱਕ ਪਹਿਲੂ ਹੈ, ਭੁੱਖਮਰੀ ਦਾ ਪਹਿਲੂ ਆ, ਬੇਰੁਜ਼ਗਾਰੀ ਆ। ਜਦ ਕਿ ਰੋਟੀ ਰੋਜ਼ੀ ਜਿਹੜੀ ਹੈਗੀ ਆ, ਰੋਟੀ ਕੱਪੜਾ ਔਰ ਮਕਾਨ, ਸਿੱਖਿਆ, ਸਿਹਤ, ਰੁਜ਼ਗਾਰ, ਇਹ ਜਿਹੜਾ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪ੍ਰੋਵਾਈਡ ਕਰਨਾ, ਇਹ ਲੋਕਾਂ ਨੂੰ ਦੇਣਾ। ਪਰ 74 ਸਾਲ ਬਾਅਦ ਵੀ ਇਹ ਕੁਛ ਮੁਹੱਈਆ ਨਹੀਂ ਹੋ ਰਿਹਾ ਅਸੀਂ। ਪਰ ਇਹ ਇੱਕ ਪਹਿਲੂ ਆ। ਇਹਦੇ ਨਾਲ ਜਿਹੜੀ ਸਮਾਜਿਕ ਦੇ ਵਿੱਚ ਜੋ ਸਮਾਜਿਕ ਸੁਧਾਰ ਆਉਣੇ ਚਾਹੀਦੇ ਸੀਗੇ, ਊਚ ਨੀਚ ਨਫ਼ਰਤ ਜਿਹੜੀ ਹੈਗੀ ਆ, ਹਾਲੇ ਵੀ ਘੋੜੀ ਤੇ ਚੜ੍ਹ ਕੇ ਵਿਆਹ ਨਹੀਂ ਜਾ ਸਕਦੇ। ਹਾਲੇ ਤੱਕ ਮੁਰਦੇ ਜਿਹੜੇ ਹੈਗੇ ਆ ਸੇਮ ਜਿਹੜੇ ਕਬਰਾਂ ਦੇ ਵਿੱਚ ਨਹੀਂ ਫੂਕੇ ਜਾ ਸਕਦੇ। ਹਾਲੇ ਵੀ ਰਸਤਿਆਂ ਦੇ ਉੱਤੇ ਚੱਪਲਾਂ ਪਾ ਕੇ ਨਹੀਂ ਤੁਰ ਸਕਦੇ ਤੁਸੀਂ, ਹਾਲੇ ਵੀ ਬਹੁਤ ਕੁਛ ਫਰਕ ਹੈਗਾ। ਰੀਸੈਂਟਲੀ ਐਕਟਰੈਸ ਜਿਹੜੀ ਹੈਗੀ ਆ ਕੰਗਨਾ ਰਣੌਤ, ਉਹਨੇ ਵੀ ਇਹ ਇੱਕ ਟਵੀਟ ਕੀਤਾ ਸੀਗਾ ਕਿ ਮਤਲਬ ਇੱਕ ਜਿਹੜੀ ਅਮਰੀਕਾ ਦੇ ਵਿੱਚ ਓਪਰਾ ਵਿਨਫਰੇ ਹੈਗੀ ਆ, ਉਹਨੇ ਇੱਕ ਕਿਤਾਬ ਲਿਖੀ ਸੀ ਅਨਟੱਚੇਬਿਲਿਟੀ ਬਾਰੇ। ਉਹਦੇ ਸੰਦਰਭ 'ਚ ਉਹਨੇ ਮਤਲਬ ਜਿਹੜੀ ਕੰਗਨਾ ਨੇ ਟਵੀਟ ਕੀਤਾ, ਉਹ ਆਪਣੇ ਨਜ਼ਰੀਏ ਤੋਂ ਆਉਂਦੀ ਆ ਕਿ ਜਿਹੜੀ ਜਾਤ ਪਾਤ ਹੈਗੀ ਆ ਨਾ, ਇਹ ਹੁਣ ਸਮਾਜ ਵਿੱਚ ਹੈ ਨਹੀਂ। ਦੈਟਸ ਵਾਟ ਸ਼ੀ ਸਹੀ ਵੀ ਇਸ ਜਾਤ ਪਾਤ ਹੁਣ ਸਮਾਜ ਵਿੱਚ ਹੈ ਨਹੀਂ ਗੀ, ਪਿੰਡਾਂ ਵਿੱਚ ਹੈ ਨਹੀਂ ਗੀ, ਹੁਣ ਬਦਲ ਗਿਆ ਸਭ ਕੁਛ। ਇਹ ਸਿਰਫ ਰਿਜ਼ਰਵੇਸ਼ਨ ਕਰਕੇ ਜਾਤ ਪਾਤ ਆ, ਔਰ ਰਿਜ਼ਰਵੇਸ਼ਨ ਸੰਵਿਧਾਨ ਵਿੱਚ ਆ। ਕਿੰਨੀ ਐਰੋਗੈਂਟ ਔਰ ਕਹਿੰਦੀ ਸੰਵਿਧਾਨ ਨੂੰ ਬਦਲਣਾ ਚਾਹੀਦਾ, ਜਾਤ ਪਾਤ ਖਤਮ ਕਰ ਲੈ। ਦੱਸੋ, ਮਤਲਬ ਇਹੋ ਜਿਹੀ ਸੋਚ ਹੈਗੀ ਲੋਕਾਂ ਦੀ ਹਾਲੇ ਤੱਕ ਵੀ 74 ਸਾਲ ਬਾਅਦ ਵੀ। ਔਰ ਜਿਹੜਾ ਹੁਣ ਜੇ ਆਪਾਂ ਕਹੀਏ ਵੀ ਇਹ 2014 ਤੋਂ ਲੈ ਕੇ ਜਾਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਤੋਂ ਲੈ ਕੇ ਇਹ ਹੁਣ ਤੋਂ ਜ਼ਿਆਦਾ ਹੋਇਆ ਸ਼ੁਰੂ, ਪਰ ਉਸ ਤੋਂ ਪਹਿਲਾਂ ਕਾਂਗਰਸ ਨੇ ਰਾਜ ਕੀਤਾ ਜ਼ਿਆਦਾ। ਕੋਲ ਲੈ ਲਈਏ। ਹੈਲੋ ਜੀ, ਜੈ ਗੁਰਦੇਵ, ਜੈ ਪੀਰ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ, ਮੈਂ ਮੇਰ ਚੰਦ ਜੱਸਲ ਬੋਲ ਰਿਹਾ ਗਲਾਸਗੋ ਤੋਂ ਜੀ। ਕੀ ਕਹਿਣਾ ਚਾਹੁੰਦੇ? ਗੱਲ ਇਹ ਆ ਕਿ ਆ ਜਿਹੜਾ ਤੁਸੀਂ ਕਲਿੱਪ ਦਿਖਾ ਲਿਆ ਜੀ, ਮੇਰ ਚੰਦ ਜੱਸਲ ਦਾ, ਇਸ ਕਲਿੱਪ ਨੇ ਜਿਨ ਵੀ ਦੇਖਿਆ ਹੋਊਗਾ ਬਰਫ਼ 'ਚ ਲੱਗ ਗਿਆ ਜੀ। ਜੋ ਉਹ ਕਹਿ ਗਿਆ, ਜੋ ਮੈਸੇਜ ਦਿੱਤਾ ਉਹਨਾਂ ਨੇ ਜੀ, ਮੈਂ ਇਹ ਰਿਕੁਐਸਟ ਕਰੂੰਗਾ ਜਿਨ੍ਹਾਂ ਨੇ ਵੀ ਸੁਣਿਆ ਜੀ, ਜ਼ਿੰਦਗੀ ਤੱਕ ਇਸ ਮੈਸੇਜ ਨੂੰ ਆਪਣੇ ਮਨ 'ਚ ਰੱਖੋ। ਇਹ ਨਹੀਂ ਕਿ ਸੁਣ ਲਿਆ ਤੇ ਬਸ ਭੁਲਾਤਾ। ਇਸ ਮੈਸੇਜ ਦੇ ਵਿੱਚ ਬਹੁਤ ਕੁਝ ਕਹਿ ਗਿਆ, ਬਹੁਤ ਕੁਝ ਕਹਿ ਗਿਆ। ਕੋਈ ਛੱਡਿਆ ਨਹੀਂ, ਕੋਈ ਮੰਤਰੀ, ਕੋਈ ਜ਼ਿਲ੍ਹਿਆਂ ਦਾ ਕਲੈਕਟਰ ਨਹੀਂ ਛੱਡਿਆ, ਕੋਈ MLA ਨਹੀਂ ਛੱਡਿਆ। ਫਾਂਸੀ ਦੇ ਸਾਰਿਆਂ ਨੂੰ ਚਾੜ ਦਿੱਤਾ ਉਹਨੇ। ਬਿਲਕੁਲ। ਜਿਹੜੀ MLA 1200 ਜਾਂ ਜਿੰਨੇ ਵੀ ਪਾਰਲੀਮੈਂਟ 'ਚ ਹੈਗੇ ਆ ਜੀ, ਇਹ ਕਹਿ ਗਿਆ ਕਿ ਉਹ ਸ਼ਰਮ ਨਹੀਂ ਆ ਰਹੀ ਉਹਨਾਂ ਨੂੰ। ਵਾਕਿਆ ਹੀ ਉਹ ਬੇਸ਼ਰਮ। ਕਰੋੜਾਂ ਰੁਪਈਆ ਉਹਨਾਂ ਨੂੰ ਹਰ MLA ਨੂੰ, MPਆਂ ਨੂੰ ਮਿਲਦਾ ਜੀ, ਸੁਧਾਰ ਕਰਨੇ ਆਪਣੀ ਕੌਂਸਟੀਚੁਐਂਸੀ ਦੇ ਵਿੱਚ। ਕੋਈ ਪੈਸਾ ਨਹੀਂ ਉੱਥੇ ਲਾਉਂਦੇ। ਢੀਠ ਵਾ, ਬੇਸ਼ਰਮ ਆ ਜੀ। शर्म के बारे दो लेना कि शर्म उनको आती है जिनको कभी कभी आती है, शर्म उनको नहीं आती जिनसे शर्म खुद भी शर्माती है। ये लोगों आ कि इन्ने बेशर्म आ कि इन्हों शर्म नहीं आ सकती। मैं क्योंकि असी इतों वोट तक नहीं पाते, साडा हक नहीं, पर पिछे असी उन्होंने मैसेज दे सकते हैं
ਤੇ ਜਿਹੜੇ MLA ਜਾਂ MP ਕੰਮ ਨਹੀਂ ਕਰਦੇ ਆਪਣੀ ਆਪਣੀ ਕੌਂਸਟੀਚੁਐਂਸੀ ਦੇ ਵਿੱਚ ਉਹਨਾਂ ਨੂੰ ਵੋਟ ਨਾ ਪਾਓ, ਕੰਮ ਕਰਨ ਵਾਲੇ ਨੂੰ ਵੋਟ ਪਾਓ ਜੀ। ਸੋ ਮੈਂ ਜ਼ਿਆਦਾ ਨਹੀਂ ਕਹਿੰਦਾ ਹੋਇਆ, ਮੈਂ ਤੁਹਾਨੂੰ ਸ਼ਾਬਾਸ਼ ਦਿੰਦਾ ਮਿਸ਼ਨਦਾਰ ਜੀ ਔਰ ਚੰਦਰ ਜੀ ਤੇ ਇਹੋ ਜਿਹਾ ਕਲਿੱਪ ਜਿਹੜਾ ਦਿਖਾ ਦਿੱਤਾ ਇਹ ਕਦੀ ਵੀ ਦਿਲਾਂ ਚੋਂ ਨਹੀਂ ਜਾ ਸਕਦਾ। ਥੈਂਕ ਯੂ ਤੁਹਾਡਾ। ਹਾਂਜੀ, ਮੈਂ ਰਿਕੁਐਸਟ ਕਰੂੰਗਾ ਕਿ ਹਮੇਸ਼ਾ ਇਸ ਕਲਿੱਪ ਨੂੰ ਯਾਦ ਰੱਖੋ, ਇਸ ਨੂੰ ਯਾਦ ਰੱਖ ਕੇ ਦੂਸਰਿਆਂ ਨਾਲ ਗੱਲ ਕਰੋ ਜੀ। ਥੈਂਕ ਯੂ। ਜੈ ਭੀਮ, ਜੈ ਗੁਰਦੇਵ। ਥੈਂਕ ਯੂ ਤੁਹਾਡਾ ਕੰਟਰੀਬਿਊਸ਼ਨ ਦਾ ਜੀ। ਹਾਂਜੀ ਦੇਖੋ ਰਿਜ਼ਰਵੇਸ਼ਨ ਦਾ ਰੌਲਾ ਬਹੁਤ ਪੈਂਦਾ, ਮੀਡੀਆ ਪਰ ਬਹੁਤ ਚੱਕਦਾ ਹੈਗਾ, ਸੋਸ਼ਲ ਮੀਡੀਆ ਤੇ ਵੀ ਬੜਾ ਰੌਲਾ ਪੈਂਦਾ ਆ ਕਿ ਰਿਜ਼ਰਵੇਸ਼ਨ ਲੋਕੀ ਲਈ ਜਾਂਦੇ, ਗਵਰਨਮੈਂਟ ਰਿਜ਼ਰਵੇਸ਼ਨ ਦੇਈ ਜਾਂਦੀ। ਐਕਚੁਅਲੀ ਇੰਡੀਆ ਦੇ ਵਿੱਚ ਪੂਰੀ ਨੌਕਰੀਆਂ ਹੈਗੀਆਂ ਜਿੰਨੀਆਂ ਉਹਦੇ ਵਿੱਚ ਸਿਰਫ ਸਰਕਾਰੀ ਨੌਕਰੀਆਂ 2.4% ਆ ਜੀ। 2.4% ਜਿਹੜੀਆਂ ਸਰਕਾਰੀ ਨੌਕਰੀਆਂ ਆ ਔਰ ਉਹਦੇ ਵਿੱਚੋਂ ਵੀ ਹੁਣ ਪ੍ਰਾਈਵੇਟਾਈਜ਼ ਕਰਕੇ ਜਿਹੜੀਆਂ ਉਹ ਵੀ ਖਤਮ ਕੀਤੀਆਂ ਜਾ ਰਹੀਆਂ। ਬੈਕਡੋਰ ਸਾਰੀ ਰਿਜ਼ਰਵੇਸ਼ਨ ਬਿਲਕੁਲ ਖਤਮ ਕੀਤੀ ਜਾ ਰਹੀ ਹੈ, ਪਰ ਜਿਹੜੀ ਹੈਗੀ ਆ ਕਦੀ ਨਹੀਂ ਫੁੱਲਫਿਲ ਕੀਤੀ, ਨਹੀਂ ਪੂਰੀ ਕਦੀ ਵੀ ਨਹੀਂ ਲਾਗੂ ਕੀਤੀ ਜੀ। ਇੱਕ ਮੈਂ ਤੁਹਾਨੂੰ ਦੱਸਦਾ ਕਿ ਇੱਕ ਇਹ 1 ਜਨਵਰੀ 2020 ਦੀ 1 ਜਨਵਰੀ 2020 ਦਾ ਡਾਟਾ ਹੈਗਾ, ਰਿਪੋਰਟ ਹੈਗੀ ਆ ਜੀ ਕਿ ਜਿਹੜੀਆਂ ਇੰਡੀਆ ਦੀਆਂ ਸਾਰੀਆਂ ਸੈਂਟਰਲ ਯੂਨੀਵਰਸਿਟੀਜ਼ ਹੈਗੀਆਂ ਆ ਉਹਦੇ ਵਿੱਚ ਸਾਰੀਆਂ ਦੇ ਵਿੱਚ OBC ਦੇ ਸਿਰਫ 9 ਪ੍ਰੋਫੈਸਰ ਆ, ਸਿਰਫ 9 ਪ੍ਰੋਫੈਸਰ ਦੱਸੋ OBC ਦੇ। ਜਿਹੜੀ ਪਾਪੂਲੇਸ਼ਨ ਹੈਗੀ ਆ 52%, ਓਵਰ 50% ਪਾਪੂਲੇਸ਼ਨ ਹੈ। ਉਹਨਾਂ ਦੀ ਰਿਜ਼ਰਵੇਸ਼ਨ 27% ਹੈ। ਉਹਨੂੰ ਰਿਜ਼ਰਵੇਸ਼ਨ 27% ਮਿਲਣੀ ਚਾਹੀਦੀ ਆ, ਜਿਹਦੇ ਨਾਲ ਤਕਰੀਬਨ 313 ਸੀਟਾਂ ਉਹਨਾਂ ਦੀਆਂ ਬਣਦੀਆਂ ਆ ਪਰ ਸਿਰਫ ਉਹਨਾਂ ਕੋਲ 9 ਸੀਟਾਂ ਆ। ਰੌਲਾ ਇੱਦਾਂ ਪਾਉਂਦੇ ਕਿ ਰਿਜ਼ਰਵੇਸ਼ਨ ਵਾਲੇ ਖਾਈ ਜਾਂਦੇ, ਸਾਰੇ ਕਰੀ ਜਾਂਦੇ ਹੈਗੇ ਆ। ਪਰ ਸੋਚਣ ਵਾਲੀ ਗੱਲ ਹੈ ਕਿ ਜਿਹੜੀ 52% ਪਾਪੂਲੇਸ਼ਨ ਜੀ ਹੈਗੀ ਆ OBC ਦੀ, ਪਛੜੀਆਂ ਜਾਤਾਂ ਦੀ, ਉਹ ਕੀ ਕਰਦੇ ਆ? ਜੇ ਉਹ ਚਾਹਣ ਤਾਂ ਓਵਰਨਾਈਟ ਆਪਣੀ ਸਰਕਾਰ ਬਣਾ ਸਕਦੇ ਆ। ਬਿਲਕੁਲ। ਪਰ ਉਹਨਾਂ ਦੇ ਨਾਲ ਸ਼ਡਿਊਲਡ ਕਾਸਟ ਹੈਗੇ ਆ, ਸ਼ਡਿਊਲਡ ਟਰਾਈਬਸ ਹੈਗੇ ਆ ਜੀ, ਜੇ ਚਾਹਣ ਤਾਂ ਓਵਰਨਾਈਟ ਬਣ ਜਾਂਦੇ। ਪਰ ਇਹ ਜਦੋਂ ਮਸਜਿਦ ਢਾਉਣ ਜਾਂਦੇ ਆ, ਰਾਮ ਮੰਦਰ ਬਣਾਉਣ ਜਾਂਦੇ ਹੈਗੇ ਆ ਉਹ ਘੜੇ ਜਾਂ ਚੱਕ ਕੇ ਕੀ ਕਾਵੜੀ ਬਣ ਕੇ ਜਾਂਦੇ ਹੈਗੇ, ਪੱਥਰ ਉਹ ਸਾਰਾ ਘੜਦੇ, ਸਾਰਾ ਕੁਝ ਉਹ ਕਰਦੇ ਆ ਹਨਾ, ਪਰ ਆਪਣੇ ਹੱਕਾਂ ਲਈ ਜਾਗਰਤ ਨਹੀਂ ਹੈ। ਬਿਲਕੁਲ ਨਹੀਂ। ਮੈਨੂੰ ਨਹੀਂ ਪਤਾ ਕਿ ਪੰਜਾਬ ਦੇ ਕਿੰਨੇ ਪਛੜੀਆਂ ਜਾਤਾਂ ਦੇ ਲੋਕ ਹੈਗੇ ਜਿਹੜੇ ਜਾਗਰਤ ਆ, ਜਿਹਨੂੰ ਪਤਾ ਕਿ ਅਸੀਂ ਪਛੜੀ ਜਾਤ 'ਚ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਪਛੜੀ ਜਾਤਾਂ ਦੇ ਵਿੱਚ ਕਿਹੜੀ ਜਾਤ ਪੰਜਾਬ ਦੇ ਵਿੱਚ ਆਉਂਦੀ ਆ। 75 ਜਾਤਾਂ ਪੰਜਾਬ ਦੀਆਂ ਜਿਹੜੀਆਂ ਪਛੜੀਆਂ ਸ਼੍ਰੇਣੀਆਂ ਦੇ ਵਿੱਚ ਹੈਗੀਆਂ ਕਨਸਟੀਟਿਊਸ਼ਨ ਦੇ ਵਿੱਚ ਆ। 75 ਕਾਸਟ ਜਿਹੜੀਆਂ ਪੰਜਾਬ ਦੇ ਵਿੱਚ ਪਛੜੀਆਂ ਜਾਤਾਂ ਵਿੱਚ ਆਉਂਦੀਆਂ, OBC ਵਿੱਚ ਆਉਂਦੀਆਂ, BC OBC ਉਹ ਲੁਕੋ ਕੇ ਰੱਖਦੇ ਆਪਣੇ ਆਪ ਨੂੰ, ਪਰ ਲੋਕੀ ਜਾਗਰਤ ਨਹੀਂ ਹੈ। ਉਹਦੇ ਨਾਲ ਸ਼ਡਿਊਲਡ ਕਾਸਟ ਵਾਲੇ ਜਾਗਰਤ ਆ, ਭਾਵੇਂ ਉਹਦਾ ਲੜਾਈ ਦਾ ਢੰਗ ਤਰੀਕਾ ਜਿਹੜਾ ਉਹ ਇੰਨਾ ਜਿੰਨਾ ਸਹੀ ਹੋਣਾ ਚਾਹੀਦਾ ਉਹਨਾਂ ਸਹੀ ਨਹੀਂ ਹੈ। ਸਪੋਰਟ ਕਰਦੇ, ਕਾਂਗਰਸ ਨੂੰ ਕਰਦੇ ਆ, BJP ਨੂੰ ਵੀ ਕਰਦੇ, ਉਹ ਬ੍ਰਾਹਮਣਵਾਦੀ ਜਥੇਬੰਦੀਆਂ ਨੂੰ, ਪਾਰਟੀਆਂ ਨੂੰ ਕਰਦੇ ਆ, ਆਪ ਵੀ ਅੰਧ ਵਿਸ਼ਵਾਸ ਵਿੱਚ ਫਸੇ ਆ, ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਾਗਰਤ ਹੈ। ਇੱਕ ਕਾਲ ਲੈ ਲਈਏ। ਹੈਲੋ ਜੀ, ਜੈ ਗੁਰਦੇਵ, ਜੈ ਭੀਮ। ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ, ਜੈ ਭੀਮ, ਜੈ ਗੁਰਦੇਵ। ਬੈਂਸ ਸਾਹਿਬ, ਮੈਂ ਚੌਹਾਨ ਬੋਲਦਾ ਬਰਮਿੰਘਮ ਤੋਂ। ਹਾਂਜੀ ਚੌਹਾਨ ਜੀ, ਤੁਹਾਡਾ ਸਵਾਗਤ ਹੈ ਕਾਂਚੀ TV ਤੇ। ਕੋਈ ਜਿਹੜਾ ਵਿਸ਼ੇ ਤੇ ਚਰਚਾ ਹੋ ਰਹੀ ਆ ਜੀ, ਇਹ ਇੱਕ ਜਿਹੜੀ ਪੋਲੀਟੀਕਲ ਮਸਲਾ ਆ। ਕਿਉਂਕਿ ਜਿਹੜੀ ਰਾਸ਼ਟਰੀਕਰਨ ਦੀ ਗੱਲ ਆ, ਜਿਸ ਵੇਲੇ ਬਾਬਾ ਸਾਹਿਬ ਨੇ ਉਹ ਸੈਪਰੇਟ ਇਲੈਕਟਰ ਮਿਲ ਗਿਆ ਸੀ ਜੀ, ਉਹ ਸਾਰੀ ਸਮੱਸਿਆ ਦਾ ਹੱਲ ਸੀ ਪਰ ਉਹ ਗਾਂਧੀ ਨੇ ਮਨਵਰਤ ਰੱਖ ਕੇ ਉਹਨੂੰ ਬਦਲ ਦਿੱਤਾ ਜੀ। ਪਰ ਹੁਣ ਉਹ ਜਿਹੜਾ ਅੱਜ ਆਪਾਂ ਦੇਖ ਰਹੇ ਹਾਂ ਵੀ ਜਿਹੜੀ ਜਿੰਨੀ ਸਮੱਸਿਆ ਉਹ ਇਹ ਆ ਵੀ ਆਪਾਂ ਕਹਿੰਦੇ ਵੀ 131 MP ਆ, 1200 MLA ਆ ਜੀ, ਉਹ ਜਿਹੜੇ ਇੱਦਾਂ ਆ ਵੀ ਜਿਹੜਾ ਉੱਚੀ ਜਾਤੀ ਸਮਾਜ ਆ ਉਹ ਉਹਨਾਂ ਨੂੰ ਪਹਿਲਾਂ ਹੀ ਇਹ ਉਹਨਾਂ ਨਾਲ ਗੱਲ ਕਰਦਾ ਵੀ ਅਸੀਂ ਤੁਹਾਨੂੰ ਟੈਕਸ ਰਾਤ ਦੇਣਾ, ਵੀ ਤੁਸੀਂ ਆਪਣੇ ਸਮਾਜ ਦੀ ਗੱਲ ਨਹੀਂ ਕਰਨੀ। ਤੁਸੀਂ ਜੋ ਅਸੀਂ ਕਿ ਸਾਡਾ ਏਜੰਡਾ ਉਹ ਤੇ ਕੰਮ ਕਰਨਾ। ਹੁਣ ਬਾਬਾ ਸਾਹਿਬ ਨੇ ਤਾਂ ਇਹਦੇ ਬਾਰੇ ਕਿਤਾਬਾਂ ਵੀ ਲਿਖੀਆਂ ਔਰ ਉਹਨੇ ਤੁਸੀਂ ਦੇਖੋ ਵੀ ਬਾਬਾ ਸਾਹਿਬ ਨੇ 1946 ਚ ਜਾਨੀ ਇੱਕ ਅੰਦੋਲਨ ਚਲਾਇਆ ਵੀ ਇਹ ਜਿਹੜਾ ਮਤਲਬ ਹੈ ਪੂਨਾ ਸਮਝੌਤਾ ਇਹਨੂੰ ਰੱਦ ਕੀਤਾ ਜਾਵੇ। ਫਿਰ ਸਾਨੂੰ ਜਿਹੜੀਆਂ ਉਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਉਹ ਇਹ ਸਮਝੌਤੇ ਕਰਕੇ ਜਿਹੜੀ ਮਤਲਬ ਸਾਡਾ ਸਤਿਆਨਾਸ਼ ਹੋਇਆ। ਬਿਲਕੁਲ। ਫਿਰ ਉਹਨੇ ਦੇਖੋ ਵੀ ਬ੍ਰਿਟਿਸ਼ ਗਵਰਨਮੈਂਟ ਨੂੰ ਵੀ ਕਿਹਾ ਸੀਗਾ ਵੀ ਤੁਸੀਂ
ਆਜ਼ਾਦੀ ਤੋਂ ਪਹਿਲਾਂ ਇਹ ਮੁੜ ਕੇ 17 ਅਗਸਤ 1932 ਦੀ ਸਿਚੁਏਸ਼ਨ ਤੇ ਲਿਆਓ। ਉਸ ਵੇਲੇ ਅੰਗਰੇਜ਼ਾਂ ਨੇ ਕਿਹਾ ਵੀ ਦੇਖੋ ਹੁਣ ਇਹ ਟੂ ਲੇਟ ਆ, ਕੌਂਸਟੀਚਿਊਐਂਟ ਅਸੈਂਬਲੀ ਕੁਝ ਕਰ ਸਕਦੀ ਹੈ। ਜੀ ਜੀ। ਉਹ ਕੌਂਸਟੀਚਿਊਐਂਟ ਅਸੈਂਬਲੀ ਦੇ ਵਿੱਚ ਕਾਂਗਰਸ ਦਾ ਬਹੁਤ ਮਤ ਸੀ, ਔਰ ਜਿਹੜੇ RSS ਉਹ ਤਾਂ ਚਾਹੁੰਦੇ ਸੀ ਵੀ ਇਹ ਬਿਲਕੁਲ ਇਹ ਜਿਹੜਾ ਚਮਚਾ ਯੁੱਗ ਦੀ ਸ਼ੁਰੂਆਤ ਹੋ ਗਈ ਆ ਵੀ ਇਹ ਰਵੇ ਜੀ। ਹੁਣ ਅੱਜ ਜਿਹੜੀ ਜਿੰਨੀ ਵੀ ਆਪਾਂ ਗੱਲ ਕਰਦੇ ਆ ਵੀ ਸਰਕਾਰ ਨਹੀਂ ਕੁਝ ਕਰਦੀ, ਕਿਉਂਕਿ ਪਹਿਲਾਂ ਜਿਹੜੀ ਉਹ ਜਵਾਹਰ ਲਾਲ ਨਹਿਰੂ ਉਹ ਖੁਦ ਰਾਖਵੇਂਕਰਨ ਦੇ ਵਿਰੁੱਧ ਸੀ ਜੀ, ਕਿਉਂਕਿ ਜਵਾਹਰ ਲਾਲ ਨਹਿਰੂ ਨੇ ਖੁਦ ਬਾਬਾ ਸਾਹਿਬ ਨੂੰ 2 ਵਾਰੀ ਲੋਕ ਸਭਾ ਦੀ ਚੋਣਾਂ 'ਚ ਜਿੱਤਣ ਨਹੀਂ ਦਿੱਤਾ ਜੀ, 1952 ਤਾਂ 1953 ਦੇ ਵਿੱਚ। ਹਾਂਜੀ। ਉਹ ਤੁਸੀਂ ਦੇਖੋ ਵੀ ਬੰਦੇ ਵੀ ਉਹਨੂੰ ਉਹ ਖੜੇ ਕੀਤੇ, 52 ਜਿਹੜਾ ਬਾਬਾ ਸਾਹਿਬ ਦਾ ਜਿਹੜਾ PA ਸੀ ਉਹਨੂੰ ਖੜਾ ਕਰ ਦਿੱਤਾ ਕਜਰੋਲਕਰ ਨੂੰ, ਉਹਨੂੰ ਪੈਸੇ ਦਿੱਤੇ ਵੀ ਮਤਲਬ ਡਟ ਕੇ ਅਸੀਂ ਡਾਕਟਰ ਅੰਬੇਡਕਰ ਨੂੰ ਨਹੀਂ ਪਹੁੰਚ ਦੇਣਾ ਜੀ। ਫਿਰ ਉਹ ਜ਼ਿਮਨੀ ਚੋਣ ਹੋਈ 1954 ਦੇ ਵਿੱਚ, ਉਹਦੇ ਵਿੱਚ ਤੁਸੀਂ ਦੇਖੋ ਵੀ ਉਹਨੇ ਬੋਰਕਰ ਨੂੰ ਇੱਧਰੋਂ ਖਰੀਦ ਕੇ ਉਹ ਤਾਂ ਇਹ ਹੈਰਾਨੀ ਦੀ ਗੱਲ ਇਹ ਆ ਵੀ 1954 ਦੀ ਚੋਣ ਦੇ ਵਿੱਚ ਬਾਬਾ ਸਾਹਿਬ ਨੇ ਸੋਸ਼ਲਿਸਟਾਂ ਨਾਲ ਸਮਝੌਤਾ ਕੀਤਾ ਸੀ ਉਸ ਸੀਟ ਤੇ। ਉਹਦੇ ਨਾਲ ਅਸ਼ੋਕ ਮਹਿਤਾ ਸੋਸ਼ਲਿਸਟ ਜਿੱਤ ਗਿਆ, ਬਾਬਾ ਸਾਹਿਬ ਨੂੰ ਹਰਾਤਾ। ਹਾਂਜੀ ਹਾਂਜੀ। ਕਿਉਂਕਿ ਉਹ ਜਿਹੜੇ ਲੋਕ ਸੋਸ਼ਲਿਸਟ ਵੀ ਆ ਉਹ ਵੀ ਮਤਲਬ ਜਾਤ ਪਾਤ ਯਕੀਨ ਰੱਖਦੇ ਸੀ ਜੀ। ਪਰ ਉਹ ਅੱਜ ਜਿਹੜੀ ਆਪਾਂ ਚਰਚਾ ਕਰ ਰਹੇ ਆ ਇਹ ਸਾਰੀ ਸਮੱਸਿਆ ਦਾ ਹੱਲ ਮਾਨਵਰ ਕਾਂਸ਼ੀ ਰਾਮ ਨੇ ਸਮਝਾਇਆ। ਉਹਨੇ ਕਿਹਾ ਵੀ ਤੁਸੀਂ ਬਾਬਾ ਸਾਹਿਬ ਤਾਂ ਕਿਹਾ ਸ਼ਾਸਕ ਬਣੋ, ਵੀ ਜਦ ਅਸੀਂ ਬਹੁਜਨ ਆ ਸ਼ਾਸਕ ਬਣ ਸਕਦੇ ਹਾਂ ਜੀ। ਇਹ ਜਿਹੜੇ ਬੰਦੇ ਹਨ ਜਿਹੜੇ ਹੁਣ ਕਿੰਨੇ 131 ਜਾਂ ਇੰਨੇ MLA ਇਹ ਤਦੇ ਹੀ ਘਰ ਬੈਠਣੇ ਆ ਜੇ ਆਪਾਂ ਵੋਟ ਦੀ ਸਹੀ ਵਰਤੋਂ ਕਰੀਏ। ਬਿਲਕੁਲ। ਕਿਉਂਕਿ ਹੁਣ ਜਿਹੜੀ ਤੁਸੀਂ ਦੇਖੋ ਵੀ ਜਦ ਕਾਂਗਰਸ ਦਾ ਕਿੰਨੀ ਦੇਰ ਰਾਜ ਰਿਹਾ, ਹਾਂਜੀ, ਉਹ ਲੋਕਾਂ ਨੇ ਉਹਨਾਂ ਨੂੰ ਲਾਇਆ। ਹੁਣ ਜਿਹੜੀ ਹੈ ਇਹ ਜਿਹੜੀ ਹਿੰਦੂਤਵੀ ਪਾਰਟੀ ਆ ਜਿਹਦਾ ਹੁਣ ਰਾਜ ਆ ਜੀ, ਇਹ ਲੋਕਾਂ ਨੂੰ ਵੋਟਾਂ ਹੀ ਹਿੰਦੂਤਵ ਦੇ ਨਾਂ ਤੇ ਲੈਂਦੇ ਆ ਜੀ, ਔਰ ਆਪਣਾ ਸਮਾਜ ਵੀ ਗੁੰਮਰਾਹ ਹੋਇਆ, ਉਹ ਵੀ ਉਹਨਾਂ ਦੇ ਨਾਲ ਰਲਿਆ। ਕਿਉਂਕਿ ਜਿਹੜੇ ਜਿਸ ਵੇਲੇ ਲੋਕ ਵੋਟ ਦੀ ਉਹ ਮਤਲਬ ਬਾਬਾ ਸਾਹਿਬ ਨੇ ਕਿਹਾ ਸੀ ਵੀ 1 man 1 vote, 1 vote 1 value, ਹਾਂਜੀ, ਉਹਨੂੰ ਲੋਕਾਂ ਨੇ ਅਜੇ ਤੱਕ ਸਮਝਿਆ ਨਹੀਂ। ਬਿਲਕੁਲ ਨਹੀਂ, ਕਿਉਂਕਿ ਉਹ ਚੋਣਾਂ ਦੇ ਵੇਲੇ ਮੁੜ ਕੇ ਉਹਨਾਂ ਹੀ ਪਾਰਟੀਆਂ ਨੂੰ ਜਿਤਾਉਂਦੇ ਆ ਜੀ। ਉਹ ਜੋ ਕੋ ਮਾਨਵਰ ਕਾਂਸ਼ੀ ਰਾਮ ਨੇ ਕਿਹਾ ਉਹ ਅਜੇ ਲੋਕਾਂ ਨੂੰ ਉਹਨਾਂ ਦੇ ਮਨ 'ਚ ਨਹੀਂ ਬੈਠ ਰਿਹਾ ਜੀ, ਕਿਉਂਕਿ ਲੋਕ ਚਾਹੁੰਦੇ ਵੀ ਕਿਸੇ ਨਾ ਕਿਸੇ ਪਾਰਟੀ 'ਚ ਜਾ ਕੇ MLA ਬਣ ਜਾਈਏ, ਮਿਨਿਸਟਰ ਬਣ ਜਾਈਏ। ਔਰ ਤੁਸੀਂ ਦੇਖੋ ਵੀ ਜਦ ਮਿਨਿਸਟਰ ਬਣ ਜਾਂਦੇ ਆ ਤਾਂ ਉਹ ਆਪਣਾ ਹੀ ਨੁਕਸਾਨ ਕਰਦੇ ਆ। ਹੁਣ ਜਿਹੜਾ ਦਿਲ ਰਾਮਦਾਸ ਠਾਵਲੇ ਆ ਉਹ ਜਿੰਨੀਆਂ ਗੱਲਾਂ ਕਰਦਾ ਉਹਨਾਂ ਦੀਆਂ ਹੀ ਕਰਦਾ ਜੀ। ਇਸ ਕਰਕੇ ਮਤਲਬ ਇਹ ਜ਼ਰੂਰੀ ਆ ਵੀ ਇਹ ਲੋਕਾਂ ਨੂੰ ਸਮਝਣਾ ਚਾਹੀਦਾ। ਬਿਲਕੁਲ ਬਿਲਕੁਲ ਹੈ ਜੀ। ਹਾਂ, ਜੈ ਭੀਮ। ਥੈਂਕ ਯੂ ਤੁਹਾਡਾ ਕੰਟਰੀਬਿਊਸ਼ਨ ਦਾ ਜੀ। ਪਿਆਰੇ ਦਰਸ਼ਕੋ, ਅਸੀਂ ਗੱਲ ਕਰ ਰਹੇ ਸੀਗੇ ਕਿ ਪ੍ਰਾਈਵੇਟਾਈਜੇਸ਼ਨ ਜਿਹੜੀ ਹੈਗੀ ਆ ਉਹਦੇ ਨਾਲ ਬੈਕਡੋਰ ਥਰੂ ਜਿਹੜੀ ਇਹ ਰਿਜ਼ਰਵੇਸ਼ਨ ਨੂੰ ਉਹਨੂੰ ਖਤਮ ਕਰ ਰਹੇ ਆ। ਜਿਹੜੀ ਇੰਡੀਆ ਦੀ ਵਿੱਤ ਮੰਤਰੀ ਹੈਗੀ ਨਿਰਮਲਾ ਸੀਤਾਰਮਨ, ਉਹਨੇ ਮਤਲਬ 17 ਮਈ ਨੂੰ ਸਟੇਟਮੈਂਟ ਦਿੱਤੀ ਕਿ ਗੌਰਮੈਂਟ ਦੇ ਜਿੰਨੇ ਵੀ ਪਬਲਿਕ ਸੈਕਟਰ ਐਂਟਰਪ੍ਰਾਈਜ਼ ਹੈਗੇ ਆ ਉਹ ਸਾਰੇ ਹੀ ਅਸੀਂ ਸੋਚ ਰਹੇ ਹਾਂ ਪ੍ਰਾਈਵੇਟ ਕਰਨ ਲਈ ਜੀ। ਔਰ ਉਹਨਾਂ ਨੇ 2018 ਤੱਕ ਉਹਨਾਂ ਨੇ ਦੇਖੋ 3,47,439 ਕਰੋੜ ਦੇ ਜਿਹੜੇ ਸੀਗੇ ਐਂਟਰਪ੍ਰਾਈਜ਼ ਉਹ ਪ੍ਰਾਈਵੇਟ ਕਰ ਦਿੱਤੇ ਸੀਗੇ। ਉਹਨਾਂ ਦੇ ਵਿੱਚ ਪਿਆਰੇ ਦਰਸ਼ਕੋ ਕਿਹੜੇ ਆਉਂਦੇ ਦੇਖੋ ਮੈਂ ਤੁਹਾਨੂੰ ਦੱਸਦਾ। ਜਿਹੜੇ ਮੋਟੇ ਆ ਉੱਦਾਂ ਗੌਰਮੈਂਟ ਦੇ ਮਹਿਕਮੇ ਬਹੁਤ ਹੈਗੇ, 147 ਕਿੰਨੇ ਹੈਗੇ ਆ। ਉਹਨਾਂ ਦੇ ਵਿੱਚ ਮੋਟੇ ਆਉਂਦੇ ਆ। ਰੇਲਵੇ ਬਹੁਤ ਵੱਡਾ ਮਹਿਕਮਾ ਹੈਗਾ, ਏਅਰਪੋਰਟ, 에ਅਰ ਇੰਡੀਆ ਔਰ ਹਾਈਵੇਜ਼, ਰੋਡਸ, ਹੈਲਥ, NTPC, ਪੈਟਰੋਲੀਅਮ, ਮਾਈਨਿੰਗ ਔਰ ਸੋ ਮੈਨੀ ਅਦਰਸ। ਔਰ ਉਹਨਾਂ ਦੇ ਵਿੱਚੋਂ ਦੇਖੋ ਖਾਸ ਤੌਰ 'ਤੇ ਅਸੀਂ ਐਂਫੇਸਿਸ ਦੇਣਾ ਚਾਹੁੰਦੇ ਹਾਂ ਕਿ ਜਿਹੜੀ ਐਜੂਕੇਸ਼ਨ ਹੈਗੀ ਆ, ਐਜੂਕੇਸ਼ਨ ਉਹਨਾਂ ਨੇ ਪਿਛਲੇ ਸਾਲ ਹੀ ਇਹ ਆ ਕਿ 903 ਯੂਨੀਵਰਸਿਟੀਆਂ ਜਿਹਦਾ ਤੁਸੀਂ ਜ਼ਿਕਰ ਕੀਤਾ, 903 ਯੂਨੀਵਰਸਿਟੀਆਂ ਇੰਡੀਆ ਦੇ ਵਿੱਚ, ਜਿਹਦੇ ਵਿੱਚੋਂ ਪਿਆਰੇ ਦਰਸ਼ਕੋ 62 ਯੂਨੀਵਰਸਿਟੀਆਂ ਜਿਹੜੀਆਂ ਉਹਨਾਂ ਨੇ ਪ੍ਰਾਈਵੇਟਾਈਜ਼ ਕਰ ਦਿੱਤੀਆਂ ਜਾਂ ਪਾਰਸ਼ੀਅਲ
ਪ੍ਰਾਈਵੇਟਾਈਜ਼ ਕਰ ਦਿੱਤੀਆਂ ਔਰ 62 ਯੂਨੀਵਰਸਿਟੀਆਂ ਦੇ ਵਿੱਚ ਜਿਹੜੀਆਂ ਬਹੁਤ ਆਪਾਂ ਦੀ ਜ਼ੁਬਾਨ 'ਤੇ ਆਉਂਦੀਆਂ ਹੈਗੀਆਂ, ਦਿੱਲੀ ਦੀ JNU ਜਿਹਦਾ ਹਰ ਵੇਲੇ ਹੀ ਮਤਲਬ ਪੇਪਰਾਂ 'ਚ ਟੈਲੀਵਿਜ਼ਨ 'ਤੇ ਆਉਂਦਾ ਹੈਗਾ, ਔਰ HCU BHU ਇਹ ਮਤਲਬ ਜਿਹੜੀਆਂ ਯੂਨੀਵਰਸਿਟੀਆਂ ਦੇ ਨਾਂ ਹੈ, AMU ਤਕਰੀਬਨ ਇਹੋ 62 ਯੂਨੀਵਰਸਿਟੀਆਂ ਉਹਨਾਂ ਨੇ ਪ੍ਰਾਈਵੇਟਾਈਜ਼ ਕੀਤੀਆਂ। ਨਾਲ ਉਹਨਾਂ ਦੇ ਕੰਡੀਸ਼ਨ ਇਹ ਲਾਤੀ ਕਿ ਤੁਹਾਨੂੰ ਅਸੀਂ ਖੁਦ ਮੁਖਤਾਰ ਬਣਾਉਂਦੇ ਹਾਂ, ਪਰ ਤੁਸੀਂ ਜਿਹੜਾ ਬਜਟ ਹੈਗਾ ਤੁਹਾਡਾ ਖਰਚਾ ਹੈਗਾ 30% ਤੁਸੀਂ ਉਹ ਆਪ ਪੈਦਾ ਕਰਨਾ। ਬਿਲਕੁਲ ਦਵਿੰਦਰ ਜੀ, ਉਹ ਕਿੱਥੋਂ ਆਊਗਾ 30%? ਉਹ ਬਿਲਕੁਲ ਜਿਹੜਾ ਹੈਗਾ ਗਰੀਬਾਂ ਦੇ ਉੱਤੇ, ਸਟੂਡੈਂਟ ਦੇ ਉੱਤੇ ਭਾਰ ਪਏਗਾ, ਉਹ ਫੀਸਾਂ ਵਧਣਗੀਆਂ, ਹੋਰ ਤਾਂ ਕੋਈ ਚਾਰਾ ਹੀ ਨਹੀਂ ਹੈਗਾ। ਫਿਰ ਜਿਹੜਾ ਗਰੀਬ ਆਦਮੀ ਉਹ ਐਜੂਕੇਸ਼ਨ ਨਹੀਂ ਲੈ ਸਕਦਾ। ਬਿਲਕੁਲ ਪੁੱਠੇ ਤਰੀਕੇ ਨਾਲ ਮਤਲਬ ਸਾਰਾ ਕੁਝ ਬੰਦ ਕਰ ਰਿਹਾ ਐਜੂਕੇਸ਼ਨ। ਹਾਂਜੀ, ਜਿਹੜਾ ਡੈਮੋਕ੍ਰੇਸੀ 'ਤੇ ਅਸਰ ਪਏਗਾ। ਕਰਕੇ ਦੇਖੋ ਹੁਣ ਜਿਹੜਾ ਪਿਛਲਾ ਸਮਾਂ ਸੀਗਾ ਉਹਦੇ ਵਿੱਚ ਜਿਹੜੇ ਸ਼ੂਦਰ ਵਰਗ ਸੀਗਾ ਉਹ ਐਜੂਕੇਸ਼ਨ ਨਹੀਂ ਸੀ ਲੈ ਸਕਦਾ। ਹਾਂਜੀ, ਉਹਨੂੰ ਇਜਾਜ਼ਤ ਨਹੀਂ ਸੀ। ਔਰ ਪੂਰੀ ਔਰਤ ਵਰਗ ਜਿਹੜਾ ਸਾਰਾ ਹੀ, ਉਹ ਡਜ਼ਨਟ ਮੈਟਰ ਚਾਹੇ ਬ੍ਰਾਹਮਣ ਦੀ ਔਰਤ ਸੀਗੀ ਚਾਹੇ ਸ਼ੂਦਰ ਦੀ ਔਰਤ ਸੀਗੀ, ਉਹ ਵੀ ਐਜੂਕੇਸ਼ਨ ਨਹੀਂ ਸੀ ਲੈ ਸਕਦੇ। ਔਰ ਇਹਨਾਂ ਦੀ ਅਟੈਂਸ਼ਨ ਬਿਲਕੁਲ ਇਹੀ ਆ ਕਿ ਇਹ ਜਿਹੜੀ ਐਜੂਕੇਸ਼ਨ ਹੈ ਇਹਨੂੰ ਬੰਦ ਕਰ ਦਿੱਤਾ ਜਾਵੇ। ਜਿੰਨਾ ਚਿਰ ਜਦੋਂ ਐਜੂਕੇਸ਼ਨ ਆਉਂਦੀ ਆ ਉਦੋਂ ਆਦਮੀ ਸੋਚਣਾ ਸ਼ੁਰੂ ਕਰਦਾ, ਉਹਦੀ ਸੋਚ ਬਦਲਦੀ ਆ, ਫਿਰ ਉਹਦੇ ਵਿਚਾਰ ਬਦਲਦੇ ਆ, ਜਦੋਂ ਬਦਲਦੇ ਆ ਤਾਂ ਫਿਰ ਉਹਦੇ ਐਕਸ਼ਨ ਬਦਲਦੇ ਬਿਲਕੁਲ ਅਸੀਂ ਜਦੋਂ ਹੁਣ ਇਹੀ ਸਾਰਾ ਕੁਝ ਸਟਾਪ ਕਰਨਾ ਚਾਹੁੰਦੇ ਆ ਤੇ ਮੁੜ ਕੇ ਕਹਿੰਦੇ ਆ ਨਾ ਰਾਮ ਰਾਜ। ਬਈ ਰਾਮ ਰਾਜ ਤਾਂ ਹੁਣ ਸਾਰੇ ਪਾਸੇ ਤਾਂ ਸਾਰਾ ਬ੍ਰਾਹਮਣ ਤਾਂ ਛਾਏ ਆ, ਮੀਡੀਆ ਵਿੱਚ ਉਹ, ਗੌਰਮੈਂਟ ਵਿੱਚ ਉਹ, ਯੂਨੀਵਰਸਿਟੀਆਂ ਵਿੱਚ ਉਹ, ਪੁਲਿਸ ਵਿੱਚ ਉਹ, ਸਾਰੇ ਪਾਸੇ ਆਰਮੀ ਦੇ ਵਿੱਚ ਉਹ। ਹੋਰ ਰਾਮਰਾਜ ਕਿੱਦਾਂ ਦਾ ਚਾਹੀਦਾ? ਅਤਿਆਚਾਰ ਦੀ ਖੋਲ੍ਹ ਐਕਚੁਅਲੀ ਬਿਲਕੁਲ ਖੋਲ੍ਹਿਆ, ਅਤਿਆਚਾਰ ਦੀ ਖੋਲ੍ਹ ਹੈ। ਬਿਲਕੁਲ ਜਦੋਂ ਮਰਜੀ ਮਤਲਬ ਜਿਹਨੂੰ ਮਰਜੀ ਮਾਰ ਕੁੱਟ ਲੈਂਦੇ, ਜਿਹਨੂੰ ਮਰਜੀ ਉਹ ਬੇਅਦਬੀ ਕਰ ਦਿੰਦੇ। ਬਿਲਕੁਲ। ਔਰ ਇਹ ਮਤਲਬ ਨਾ ਚਾਹੁੰਦੇ ਕਿ ਬਾਹਮਣ ਰਾਜ ਚਾਹੀਦਾ, ਮਨੂ ਸਮ੍ਰਿਤੀ ਵਾਲਾ ਰਾਜ ਵਾਪਸ ਲਿਆਉਣਾ ਚਾਹੀਦਾ ਆ। ਚਲੋ ਉਹਨੀ ਤਾਂ ਜੋ ਕਰਦੇ ਉਹਨੀ ਜ਼ੋਰ ਲਾਦੇ ਆ, ਪਰ ਜਿਹੜੇ ਲੋਕ ਸੁੱਤੇ ਪਏ ਆ, ਜਿਹੜੇ ਲੋਕਾਂ 'ਤੇ ਅਤਿਆਚਾਰ ਹੁੰਦਾ, ਜਿਹੜੇ ਲੋਕ ਗਰੀਬ ਆ, ਜਿਹੜੇ ਲੋਕ ਅਨਪੜ੍ਹ ਆ, ਜਿਹਨੇ ਬੱਚੇ ਦੇ ਰਸਤੇ ਸਾਰੇ ਬਲੌਕ ਕੀਤੇ ਆ ਕਿ ਉਹਨਾਂ ਨੂੰ ਐਜੂਕੇਸ਼ਨ ਮਿਲਣੀ ਚਾਹੀਦੀ ਪਰ ਨਹੀਂ ਲੈ ਸਕਦੇ। ਬਿਲਕੁਲ। ਜਦ ਕਿ ਗੌਰਮੈਂਟ ਦੀ ਜ਼ਿੰਮੇਵਾਰੀ ਤਾਂ ਹੋਣੀ ਚਾਹੀਦੀ ਵਾ A to Z ਜਿਹੜੇ ਬੱਚੇ ਆ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਹੋਣੀ ਚਾਹੀਦੀ, ਕੰਪਲਸਰੀ ਐਜੂਕੇਸ਼ਨ ਹੋਣੀ ਚਾਹੀਦੀ ਹੈ। 16 ਸਾਲ ਦੀ ਉਮਰ 16-18 ਸਾਲ ਤੱਕ ਉਹਨਾਂ ਨੂੰ ਐਜੂਕੇਸ਼ਨ ਫ੍ਰੀ ਹੋਵੇ। ਬਿਲਕੁਲ। ਔਰ ਦੇਖੋ ਉਹ ਜਿਹੜੇ ਮਹਿਕਮੇ, ਸੌਰੀ ਟੂ ਇੰਟਰਪਟ, ਮਹਿਕਮੇ ਜਿਹੜੇ ਵੇਚ ਦੇਣੇ ਆ ਪ੍ਰਾਈਵੇਟ ਇੰਟਰਪ੍ਰਾਈਜ਼ ਨੂੰ, ਉਹਦੇ ਵਿੱਚ ਰਿਜ਼ਰਵੇਸ਼ਨ ਆਟੋਮੈਟਿਕਲੀ ਖਤਮ ਹੋ ਜਾਂਦੀ ਹੈ। ਰੇਲਵੇ ਦੇ ਦਿਓ ਕਿਸੇ ਨੂੰ, ਅੰਬਾਨੀ ਨੂੰ ਰੇਲਵੇ ਦੇ ਦਿਓ। ਇਸ ਲਈ ਰੇਲਵੇ ਦੇ ਵਿੱਚ ਰਿਜ਼ਰਵੇਸ਼ਨ ਜਿਹੜੀ ਬਹੁਤ ਹੈ, ਭਾਵੇਂ ਉਹ ਪਾਣੀ ਪਿਲਾਉਣ ਵਾਲਿਆਂ ਦੀ ਹੈ। ਦੇਖੋ ਹੁਣ ਜਿਹੜੀ ਰਿਜ਼ਰਵੇਸ਼ਨ ਜਿਹੜੇ ਇੰਪਲੋਈ ਹੈਗੇ ਆ, ਰੇਲਵੇ ਨੇ ਇੰਪਲੋਈ ਕੀਤੇ ਆ, ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨਸ ਆ, ਉਹਨਾਂ ਦੀਆਂ ਵੇਜਸ ਫਿਕਸ ਹੈਗੀਆਂ, ਉਹਦੀਆਂ ਪੈਨਸ਼ਨਸ ਹੈਗੀਆਂ। ਫੋਰ ਐਗਜ਼ਾਮਪਲ ਮਤਲਬ ਇੱਕ ਮਹਿਕਮੇ ਦੇ ਦਿੰਦੇ ਆ, ਪਰ ਜਦੋਂ ਪ੍ਰਾਈਵੇਟ ਹੋ ਜਾਂਦੀ ਆ ਉਹ ਮਤਲਬ ਕੱਲੀਆਂ ਗੱਡੀਆਂ ਨਹੀਂ ਵੇਚਦੇ, ਟਰੈਕ ਨਹੀਂ ਵੇਚਦੇ, ਉਹ ਵਰਕਰਾਂ ਨੂੰ ਵੀ ਵੇਚਦੇ ਨਾਲ। ਬਿਲਕੁਲ। ਜਿੰਨੇ ਇੰਪਲੋਈਜ਼ ਹੈਗੇ ਉਹਨਾਂ ਨੂੰ ਵੀ ਨਾਲ ਹੀ ਵੇਚ ਦਿੰਦੇ ਆ, ਔਰ ਉਹਨਾਂ ਦੇ ਉੱਤੇ ਬਿਠਾ ਕੇ ਲਿਆਉਂਦੇ ਅੰਡਾਨੀ ਅੰਬਾਨੀ ਨੂੰ ਜਾਂ ਉੱਦਾਂ ਦੇ ਹੋਰ ਬੰਦੇ। ਜਿਹੜੀ ਉਹਨਾਂ ਦੀ ਵਰਕ ਇੰਪਲੋਇਮੈਂਟ ਜਿਹੜੀ ਕੰਡੀਸ਼ਨ ਹੁੰਦੀ ਹੈ ਨਾ, ਇੰਪਲੋਇਮੈਂਟ ਐਗਰੀਮੈਂਟ ਹੁੰਦਾ, ਉਹ ਫਿਨਿਸ਼ ਹੋ ਜਾਂਦਾ। ਦੇਖੋ ਦੋ ਗੱਲਾਂ ਹੈਗੀਆਂ। ਹੁਣ ਲੋੜ ਤਾਂ ਹੈਗੀ ਆ ਕਿ ਜਿਹੜੇ ਪ੍ਰਾਈਵੇਟਾਈਜ਼ ਜਿਹੜੀਆਂ ਕੰਪਨੀਆਂ ਹੈਗੀਆਂ, ਦੇ ਆਰ ਨੋ ਪ੍ਰਾਈਵੇਟ, ਉਹ ਸਸਤੇ ਮਤਲਬ ਸਸਤੇ ਜ਼ਮੀਨਾਂ ਮਿਲਦੀਆਂ, ਸਸਤੀ ਇਲੈਕਟ੍ਰਿਸਿਟੀ ਉਹਨਾਂ ਨੂੰ ਮਿਲਦੀ ਆ, ਟਰਾਂਸਪੋਰਟ ਉਹਨਾਂ ਨੂੰ ਮਿਲਦਾ, ਸਰਕਾਰੀ ਜਿਹੜੀਆਂ ਸੜਕਾਂ ਹੈਗੀਆਂ ਉਹ ਯੂਜ਼ ਕਰਦੇ, ਟ੍ਰੇਨਾਂ ਯੂਜ਼ ਕਰਦੇ, ਜਿਨ੍ਹਾਂ ਦੇ ਲੋਕਾਂ ਦੇ ਪੈਸੇ ਲੱਗੇ ਹੋਏ ਆ। ਬਿਲਕੁਲ। ਸਰਕਾਰੀ ਉਹ ਕਿੱਥੋਂ, ਪ੍ਰਾਈਵੇਟ ਕਿੱਥੋਂ? ਬਿਲਕੁਲ। ਸਿਰਫ ਉਹਨਾਂ ਦਾ ਜਿਹੜਾ ਪ੍ਰੋਫਿਟ ਹੈਗਾ ਉਹ ਪ੍ਰਾਈਵੇਟ ਹੈਗਾ। ਬਿਲਕੁਲ। ਅਦਰਵਾਈਜ਼ ਉਹਨਾਂ ਦਾ ਕੋਈ ਪ੍ਰਾਈਵੇਟ ਨਹੀਂ ਹੈਗਾ। ਔਰ ਜਿਹੜੀ ਰਿਜ਼ਰਵੇਸ਼ਨ ਆ ਉਹ ਹਰ ਫੀਲਡ 'ਚ, ਹਰ ਮਹਿਕਮੇ 'ਚ ਚਾਹੀਦੀ ਆ, ਹਰ ਇੰਡਸਟਰੀ ਦੇ ਵਿੱਚ ਚਾਹੀਦੀ ਹੈ। ਡਜ਼ਨਟ ਮੈਟਰ ਕਿਹਦੀ ਹੈਗੀ ਉਹ, ਦੇਖੋ ਇਹ ਡਿਮਾਂਡ ਹੋਣੀ ਚਾਹੀਦੀ ਹੈ। ਬਿਲਕੁਲ। ਇੱਕ ਐਜੂਕੇਸ਼ਨ ਦਾ ਮੈਂ ਤੁਹਾਨੂੰ ਦੱਸਾਂ, ਤੁਸੀਂ ਇੱਕ ਰੈਫਰੈਂਸ ਦਿੱਤਾ ਕਿ OBC ਦਾ ਜੀ ਭਾਈ ਸਿਰਫ 9 ਪ੍ਰੋਫੈਸਰ ਆ, ਹੈ ਜੀ, ਔਰ ਕਿੰਨੇ ਹੋਣੇ ਚਾਹੀਦੇ ਸੀ ਉਹ ਵੀ ਦਿੱਤੇ। ਦੇਖੋ ਐਜੂਕੇਸ਼ਨ ਦੇ ਵਿੱਚ ਕੀ ਹੋਏਗਾ ਕਿ ਉਹਨਾਂ ਨੇ ਫੀਸ ਲਾਗੂ ਕਰ ਦੇਣੀ, ਮੋਟੀ ਗੱਲ ਤੁਹਾਨੂੰ ਦੱਸਦਾ, ਔਰ ਸੈਲਫ ਫਾਈਨੈਂਸਿੰਗ ਕੋਰਸ, ਜਿਹੜੇ ਕਿ ਕੋਰਸ ਇਹੋ ਜਿਹੇ ਇੰਟਰੋਡਿਊਸ ਕਰੂਗੇ ਜਿਨ੍ਹਾਂ ਦੇ ਯੂਨੀਵਰਸਿਟੀ ਦੇ ਉੱਤੇ ਖਰਚ ਨਹੀਂ ਪਾਊਗਾ, ਉਹਦਾ ਖਰਚਾ ਉਹ ਆਪ ਹੀ ਚੱਕਣ ਵਾਲੇ ਹੋਊਗੇ। ਮਤਲਬ ਸਟੂਡੈਂਟ ਜਿਹੜੇ ਜਾਓਗੇ ਉਹਨਾਂ ਦੀਆਂ ਫੀਸਾਂ ਜਿਹੜੀਆਂ ਵਧਾਈਆਂ ਜਾਊਗੀਆਂ, ਉਹ ਤੋਂ ਲਓਗੇ। ਅੱਛਾ, ਨਾਲ ਇਹ ਵੀ ਹੈਗਾ ਮਾਰਜਨਾਈਜੇਸ਼ਨ ਆਫ ਦਲਿਤ, ਜਿਹੜੇ ਦਲਿਤ ਹੈਗੇ ਆ ਜਾਂ ਪਛੜੀਆਂ ਜਾਤਾਂ ਦੇ ਆ, ਡਿਪਰਾਈਵਡ ਆਲਰੇਡੀ ਹੈਗੇ ਆ, ਉਹ ਫੀਸਾਂ ਦੇ ਕੇ ਅੱਗੇ ਜਾ ਨਹੀਂ ਸਕਦੇ। ਜਿਹੜੇ ਜਾਊਗੇ ਉਹਨਾਂ 'ਤੇ ਬਰਡਨ ਪੈ ਜਾਏਗਾ, ਉਹ ਬਿਲਕੁਲ ਡਰੋਪ ਹੋ ਜਾਊਗੇ ਜਾਂ ਉਹਨਾਂ ਦੇ ਉੱਤੇ ਸਿਰ ਕਰਜ਼ਾ ਚੜ੍ਹ ਜਾਊਗਾ। ਦੇਖੋ ਇੱਕ ਮੰਨ ਲਓ ਤੁਹਾਨੂੰ ਮੋਟੀਆਂ ਜਿਹੜੀ ਉਹਦੇ ਨਾਲ ਸਭ ਤੋਂ ਜ਼ਿਆਦਾ ਹੋਰ ਆ, ਮਾਈਨੋਰਿਟੀ ਹਿਸਟਰੀ
ਕੈਰੀਕੂਲਮ ਜਿਹੜਾ ਯੂਨੀਵਰਸਿਟੀਆਂ ਦਾ ਬਦਲ ਜਾਏਗਾ। ਜਿਹੜੀ ਸਾਡੀ ਹਿਸਟਰੀ ਆ, ਸਾਡੇ ਗੁਰੂਆਂ ਪੀਰਾਂ ਪਕੰਬਰਾਂ ਦੀ ਹਿਸਟਰੀ ਆ, ਸਾਡੇ ਲੀਡਰਾਂ ਦੀ ਹਿਸਟਰੀ ਹੈਗੀ ਆ, ਸਾਡੇ ਜਿਹੜੇ ਯੋਧੇ ਸੀਗੇ ਸ਼ਹੀਦਾਂ ਦੀ ਹਿਸਟਰੀ ਆ, ਉਹ ਵਿੱਚੋਂ ਵਾਈਪ ਆਊਟ ਕਰ ਦੋਗੇ। ਉਹ ਬਿਲਕੁਲ ਸਨਾਤਨੀ ਜਿਹੜੇ ਹੈਗੇ ਆ, ਸਨਾਤਨੀ ਇਹ ਹਿੰਦੂ ਤੱਤਵ ਜਿਹੜੇ, ਉਹਨਾਂ ਦੀ ਹਿਸਟਰੀ ਉਹ ਪੜ੍ਹਾਓਗੇ ਕਿ ਪੰਡਿਤ ਨੂੰ ਕਿੱਦਾਂ ਉੱਚਾ ਗੁਰੂ ਮੰਨਣਾ, ਰੱਬ ਮੰਨਣਾ, ਔਰ ਰਾਜਾ ਜਿਹੜਾ ਹੈਗਾ ਕਿੱਦਾਂ ਪੰਡਤਾਂ ਦੇ ਵੀ ਪੈਰ ਧੋ ਕੇ ਪੀਊਗਾ। ਉਹ ਹਿਸਟਰੀ ਉਹ ਲਿਆਉਣੀ ਚਾਹੁੰਦੇ ਆ। ਔਰ ਫੇ ਹੈਗਾ, ਹਾਂ 2 ਮਿੰਟ ਰਹਿ ਗਿਆ ਜੀ। ਫੇ ਹੈਗਾ ਉਹਦੇ ਵਿੱਚ ਰਿਜ਼ਰਵੇਸ਼ਨ ਦਾ ਖਤਮ ਹੀ ਆ, ਇਹ ਇੱਕ ਐਜੂਕੇਸ਼ਨ ਦਾ ਹੈ ਜੀ। ਹਾਂ ਹੁਣ 2 ਮਿੰਟ ਹੈ, 1 ਮਿੰਟ। ਮੈਂ ਸਿਰਫ ਇਹ ਕਹਿਣਾ ਚਾਹੁੰਦਾ, ਇੱਕ ਤਾਂ ਜਿਹੜੀ ਰਿਜ਼ਰਵੇਸ਼ਨ ਹੈਗੀ ਆ ਉਹ ਸਾਰੇ ਪਾਸੇ ਹੋਣੀ ਚਾਹੀਦੀ, ਉਹਦੀ ਡਿਮਾਂਡ ਕਰਨੀ ਚਾਹੀਦੀ, ਉਹਨੂੰ ਸੰਘਰਸ਼ ਕਰਨਾ ਚਾਹੀਦਾ। ਦੂਸਰੀ ਗੱਲ ਹੈ ਕਿ ਅਸੀਂ ਡਿਮਾਂਡਾਂ ਹੀ ਨਹੀਂ ਕਰੀ ਜਾਣੀਆਂ ਹਮੇਸ਼ਾ। ਕਾਂਗਰਸ ਕੋਲੋਂ ਆ ਮੰਗ ਲਓ, ਜਾਂ ਬੀਜੇਪੀ ਕੋਲੋਂ ਆ ਮੰਗ ਲਓ, ਜਾਂ ਫਲਾਣੀ ਪਾਰਟੀ ਕੋਲ, ਕੱਲ੍ਹ ਨੂੰ ਆਮ ਆਦਮੀ ਪਾਰਟੀ ਆ ਜਾਂਦੀ ਉਹਦੇ ਕੋਲ ਆ ਮੰਗੋ। ਕਿਉਂ ਮੰਗੀ ਜਾਓ? ਸਾਨੂੰ ਆਪ ਬਾਬਾ ਸਾਹਿਬ ਨੇ ਕਿਹਾ ਸੀ ਵੀ ਕਰਦਿਆਂ ਦੀਵਾਰਾਂ 'ਤੇ ਲਿਖ ਲਓ ਕਿ ਅਸੀਂ ਇਸ ਦੇਸ਼ ਦੇ ਸ਼ਾਸਕ ਆ, ਸ਼ਾਸਕ ਬਣਨਾ ਹੈ, ਅਸੀਂ ਇੱਥੇ ਰੂਲਰ ਆ, ਸਾਨੂੰ ਰੂਲਰ ਬਣਨ ਦੀ ਲੋੜ ਹੈਗੀ ਆ। ਔਰ ਰੂਲਰ ਬਣਨ ਤੋਂ ਕੋਈ ਰੋਕ ਨਹੀਂ ਸਕਦਾ ਜੇ ਥੋੜ੍ਹੀ ਜਿਹੀ ਸੋਚ ਬਦਲ ਲਈਏ ਤਾਂ। ਅੰਧ ਵਿਸ਼ਵਾਸ ਵਿੱਚੋਂ ਨਿਕਲੀਏ। ਜੇ ਅਸੀਂ 33 ਕਰੋੜ ਦੇਵੀ ਦੇਵਤੇ ਵਾਲੀ ਦੇਖੀ ਜਾਣਾ ਕਿ ਉਹੀ ਆ ਕੇ ਸੁਧਾਰ ਕਰਨ, ਉਹੀ ਤਾਂ ਹਜ਼ਾਰਾਂ ਸਾਲਾਂ ਤੋਂ ਕੀਤਾ ਨਹੀਂ ਕੁਛ। ਬਿਲਕੁਲ ਬਿਲਕੁਲ, ਜਿੰਨੀ ਪੂਜੀ ਜਾਂਦੇ ਆ, ਜਿੰਨੀ ਤਬਦੀਲੀ ਆਈ ਆ ਥੈਂਕਸ ਟੂ ਬਾਬਾ ਸਾਹਿਬ, ਉਹਨਾਂ ਦੇ ਸੰਵਿਧਾਨ, ਉਹਨਾਂ ਦੇ ਐਫਰਟਸ ਕਰਕੇ ਆਈ ਹੈਗੀ। ਬਿਲਕੁਲ। ਔਰ ਗਾਹਾਂ ਉਹਨਾਂ ਦੇ ਸੰਵਿਧਾਨ ਦੇ ਨਾਲ ਹੀ ਅਸੀਂ ਰਾਜ ਲੈ ਸਕਦੇ। EVM ਦਾ ਵੀ ਖਾਤਮਾ ਕਰਨਾ ਜਿਹੜਾ ਜ਼ਰੂਰੀ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ ਕਿ ਆਪਣੇ ਸੰਘਰਸ਼ ਲਈ ਤਿਆਰ ਹੋਣਾ ਚਾਹੀਦਾ ਹੈ। ਪਿਆਰੇ ਦਰਸ਼ਕੋ, ਅਸੀਂ ਟਾਈਮ ਦੀ ਸਮਾਪਤੀ ਵੱਲ ਜਾ ਰਹੇ ਹਾਂ। ਅਖੀਰ ਗੱਲ ਇਹ ਹੈਗੀ ਆ ਕਿ ਪ੍ਰਾਈਵੇਟਾਈਜੇਸ਼ਨ ਜਿਹੜੀ ਹੈਗੀ ਆ ਉਹ ਰਿਜ਼ਰਵੇਸ਼ਨ ਨੂੰ ਬੈਕਡੋਰੇ ਖ਼ਤਮ ਕਰਨ ਦੀ ਕੋਸ਼ਿਸ਼ ਹੋ ਰਹੀ ਆ, ਔਰ ਉਹਨਾਂ ਨੇ ਕਰ ਵੀ ਦੇਣੀ। ਕਿਉਂਕਿ ਤੁਹਾਨੂੰ ਯਾਦ ਹੋਏਗਾ ਪਿਛਲੇ ਸਾਲ ਇਲੈਕਸ਼ਨ ਜਦੋਂ ਸੀਗਾ, ਉਸ ਟਾਈਮ 'ਤੇ ਵੀ ਮੈਂ ਇਹ ਗੱਲਾਂ ਕਹੀਆਂ ਸਨ ਕਿ ਪ੍ਰਾਈਵੇਟਾਈਜ਼ ਦੇ ਥਰੂ ਇਹਨਾਂ ਨੇ ਜਿਹੜੀ ਰਿਜ਼ਰਵੇਸ਼ਨ ਉਹ ਬਿਲਕੁਲ ਖ਼ਤਮ ਕਰ ਦੇਣੀ ਆ, ਐਜੂਕੇਸ਼ਨ ਖ਼ਤਮ ਕਰ ਦੇਣੀ ਆ, ਇਨਸਾਫ ਤੁਹਾਨੂੰ ਮਿਲਣਾ ਬਿਲਕੁਲ ਬੰਦ ਹੋ ਜਾਣਾ, ਤੁਹਾਡੇ ਨਾਲ ਜੋ ਅਤਿਆਚਾਰ ਹੁੰਦੇ ਹਨ ਉਹ ਵੱਧ ਜਾਣਗੇ। ਔਰ ਆਸ਼ਤਾ ਅਸੀਂ ਉਸ ਮੰਜ਼ਿਲ ਵੱਲ ਜਾ ਰਹੇ ਹਾਂ। ਹੁਣ ਪਿਆਰੇ ਦਰਸ਼ਕੋ, ਟਾਈਮ ਸਾਡਾ ਖਤਮ ਹੋ ਗਿਆ।